राम सर सत श्री अकाल जी। हाँ जी सर, हेलो, सत श्री अकाल जी। वेलकम टू निमी सर। अच्छा, अपनी स्क्रीन शेयर करके देखो प्लीज। डॉक्यूमेंट्स हेलो, हाँ जी सर, हेलो। हाँ जी हाँ जी हाँ जी सर, स्क्रीन शेयर कर लो प्लीज। हाँ जी सर, हो गया सर। ठीक है जी, ठीक है, वेट कर लो सर, है ना, 1-2 मिनट। हाँ हाँ जी सर, ਐਡ ਹੋ ਰਹੇ ਨੇ ਜਿਹੜੇ ਆਪਣੇ ਆਪ ਮੈਨੂੰ ਕਰਨੇ ਪੈਣਗੇ। नहीं नहीं, तुसी कुछ नहीं करना, आपे बंद हो जाए। ठीक है जी। ਇਹਨਾਂ राम सागर सर, लिंक भेज देना सी अपने बच्चों ਨੂੰ। ਭੇਜਿਆ ਹੋਇਆ ਜੀ, ਸਭ ਨੂੰ ਭੇਜਿਆ ਹੋਇਆ ਜੀ, ਬਾਕੀ ਹੋਰ ਨੂੰ ਭੇਜਿਆ ਹੋਇਆ ਜੀ। मैं क्या जुड़ नहीं रहे, पता नहीं क्या करी जाते। जुड़ नहीं रहे आज, मैं भी यही देख रहा हूँ। चलो तुम शुरू करो, देखते हैं सर।
हाँ जी, शुरू कर दें। कर लो जी, कर लो। सच मैं राम सागर इंस्ट्रक्टर गवर्नमेंट ITI बुढ़लाडा मैं सब का स्वागत करता हाँ। मैं ਦਾ ਧੰਨਵਾਦ ਕਰਦਾ ਤੇ ਨੇ ਮੈਨੂੰ ਲੈਕਚਰ ਦਿੱਤਾ ਹੈ। राम सागर सर, ਆਵਾਜ਼ ਨਹੀਂ ਤੁਹਾਡੀ ਸਾਫ਼ ਆ ਰਹੀ। ਕਿਤੇ ਥੋੜਾ ਜਿਹਾ ਸਿਗਨਲ ਜਿੱਥੇ ਸਹੀ ਹੈ ਪਲੀਜ਼ ਉੱਥੇ ਚਲ ਜਾਓ ਕਿਤੇ। ਆ ਨਹੀਂ ਰਿਹਾ ਜੀ? ਸਿਗਨਲ ਨਹੀਂ, ਤੁਹਾਡੀ ਆਵਾਜ਼ ਟੁੱਟਦੀ ਹੈ ਬਹੁਤ ਜ਼ਿਆਦਾ। ਜਿੱਥੇ ਥੋੜਾ ਜਿਹਾ ਸਿਗਨਲ ਸਹੀ ਹੈ ਨਾ ਉਸ ਤੇ ਚਲ ਜਾਓ ਪਲੀਜ਼। ਹਾਂਜੀ 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 ਸਰ, ਹੁਣ ਦੇਖੋ ਸਰ। ਹਾਂ ਬੋਲਿਓ ਜਰਾ, ਫਿਰ ਦੇਖਦਾ ਮੈਂ। ਹਾਂਜੀ ਸਰ, ਹੁਣ ਕਲੀਅਰ ਆ ਰਹੀ ਹੈ ਜੀ? ਨਹੀਂ ਕੱਟਦੀ ਹੈ, ਰੁਕ ਰੁਕ ਕੇ ਆਉਂਦੀ ਹੈ। ਚਲੋ ਹੈਲੋ ਸਰ, ਹੁਣ ਹੋਈ ਕਲੀਅਰ ਕੁਛ? ਹਾਂਜੀ ਕਰਿਓ ਸ਼ੁਰੂ, ਦੇਖ ਲੈਂਦੇ ਹਾਂ। ਠੀਕ ਹੈ ਸਰ, ਇੱਕ ਮਿੰਟ ਫਿਰ ਮੈਨੂੰ ਬੈਠਣ ਦਿਓ, ਮੈਂ ਉੱਪਰ ਚੜਿਆ ਸੀ ਛੱਤ ਤੇ ਬਿਲਕੁਲ। ਹਾਂਜੀ ਸਰ, ਹੁਣ ਦੇਖੋ ਸਰ, ਆ ਰਹੀ ਹੈ ਜੀ ਕਲੀਅਰ? ਹਾਂਜੀ ਹਾਂਜੀ ਹੁਣ ਠੀਕ ਹੈ। ਹੈਲੋ ਸਰ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਰਾਮ ਸਾਗਰ ਵੈਲਡਿੰਗ ਇੰਸਟ੍ਰਕਟਰ ਗਵਰਨਮੈਂਟ ITI ਬੁਢਲਾਡਾ ਮੈਂ ਆਪ ਚੈਨਲ ਤੇ ਸਭ ਦਾ ਸਵਾਗਤ ਕਰਦਾ ਹਾਂ। ਮੈਂ ਆਪਣੇ ਡਿਪਾਰਟਮੈਂਟ ਉੱਚ ਅਧਿਕਾਰੀਆਂ ਅਤੇ ਨਿੰਮੀ ਚੈਨਲ ITAT ਲਾਲੜੂ ਦਾ ਜਿਨ੍ਹਾਂ ਨੇ ਮੈਨੂੰ ਲੈਕਚਰ ਦੇਣ ਦਾ ਮੌਕਾ ਦਿੱਤਾ ਹੈ, ਬਹੁਤ ਧੰਨਵਾਦ ਕਰਦਾ ਹਾਂ। ਅੱਜ ਕੱਲ੍ਹ ਜੋ ਕਰੋਨਾ ਦੀ ਬਿਮਾਰੀ ਫੈਲੀ ਹੋਈ ਹੈ, ਇਸ ਵਿੱਚ ਸਾਡੀ ਸਰਕਾਰ ਨੇ ਬਹੁਤ ਵਧੀਆ ਫੈਸਲੇ ਲਏ ਹਨ, ਜਿਨ੍ਹਾਂ ਵਿੱਚ ITI ਐਡਮਿਸ਼ਨ ਨੂੰ ਟੋਟਲ ਹੀ ਆਨਲਾਈਨ ਕਰਨਾ, ਤਾਂ ਕਿ ਐਡਮਿਸ਼ਨ ਲੈਣ ਸਮੇਂ ਸੰਸਥਾ ਵਿੱਚ ਚਾਹਵਾਨਾਂ ਨੂੰ ਨਾ ਆਉਣਾ ਪਵੇ ਅਤੇ ਭੀੜ ਨਾ ਇਕੱਠੀ ਹੋ ਸਕੇ ਅਤੇ ਇੱਕ ਤਰ੍ਹਾਂ ਦਾ ਸੋਸ਼ਲ ਡਿਸਟੈਂਸ ਰੱਖਿਆ ਜਾ ਸਕੇ, ਤਾਂ ਕਿ ਇਸ ਨਾਲ ਬਿਮਾਰੀ ਤੇ ਕੁਛ ਨਾ ਕੁਛ ਕੰਟਰੋਲ ਹੋ ਸਕੇ। ਮੈਂ ਸਾਰੇ ਸਿੱਖਿਆਰਥੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਐਡਮਿਸ਼ਨ ਲੈਣ ਵਾਲੇ ਸਾਥੀਆਂ ਨੂੰ ਜਾਣੂ ਕਰਵਾਉਣ ਅਤੇ ਆਪਣੇ ਗਰੁੱਪ ਦੇ ਵਿੱਚ ਵੀ ਸ਼ੇਅਰ ਕਰਨ। ਮੇਰਾ ਅੱਜ ਦਾ ਵਿਸ਼ਾ ਹੈ ਵੈਲਡਿੰਗ ਟੂਲ ਐਂਡ ਇਕਵਿਪਮੈਂਟ, ਵੈਲਡ ਟ੍ਰੇਡ ਦਾ ਵੀਕ ਨੰਬਰ 2। ਇਹ ਇੱਕ ਮਾਪਣ ਹੈ ਇਹ ਸਪਰਿੰਗ ਸਟੀਲ ਅਤੇ ਸਟੇਨਲੈਸ ਸਟੀਲ ਦਾ ਬਣਿਆ ਹੁੰਦਾ ਹੈ। ਇਸ ਦਾ ਆਕਾਰ ਇਸ ਦੀ ਲੰਬਾਈ ਤੋਂ ਲਿਆ ਜਾਂਦਾ ਹੈ, ਜਿਵੇਂ ਕਿ 150 mm, 300 mm ਅਤੇ 600 mm। ਇਹ ਆਮ ਕਰਕੇ ਛੋਟੇ ਪੁਰਜਿਆਂ ਨੂੰ ਮਾਪਣ ਦੇ ਕੰਮ ਆਉਂਦਾ ਹੈ। ਇਸ ਦੇ ਲਈ ਅਸੀਂ ਪਾਈਪਾਂ ਜਾਂ ਪਾਰਟ ਜਾਂ ਜੌਬ ਬਣਾਉਂਦੇ ਸਮੇਂ ਉਸ ਦੀ ਲੰਬਾਈ ਨੂੰ ਮਾਪ ਸਕਦੇ ਹਾਂ, ਉਸ ਦੀ ਚੜਾਈ ਨੂੰ ਮਾਪ ਸਕਦੇ ਹਾਂ, ਉਸ ਦੀ ਡੂੰਘਾਈ ਨੂੰ ਮਾਪ ਸਕਦੇ ਹਾਂ, ਵਿਆਸ ਨੂੰ ਮਾਪ ਸਕਦੇ ਹਾਂ। ਇਸ ਦੀ ਇੱਕ ਸਾਈਡ ਤੇ ਇੰਚ ਦੇ ਨਿਸ਼ਾਨ ਹੁੰਦੇ ਹਨ
ਅਤੇ ਦੂਸਰੀ ਸਾਈਡ ਤੇ ਸੈਂਟੀਮੀਟਰ ਦੇ ਨਿਸ਼ਾਨ ਅੰਕਿਤ ਹੁੰਦੇ ਹਨ। ਇਸ ਨਾਲ ਅਸੀਂ 0.5 ਵੀ ਕਰ ਸਕਦੇ ਹਾਂ। ਅੱਗੇ ਸਕ੍ਰੈਬਰ, ਇਹ ਇੱਕ ਮਾਰਕਿੰਗ ਟੂਲ ਹੈ। ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਮਿਣਦੇ ਹਾਂ, ਉਸ ਦੀ ਮਿਣਤੀ ਲਾ ਕੇ ਨਿਸ਼ਾਨ ਲਗਾਉਂਦੇ ਹਾਂ ਤਾਂ ਅਸੀਂ ਇਸ ਦੀ ਵਰਤੋਂ ਕਰਦੇ ਹਾਂ, ਕਿਉਂਕਿ ਪੈਨਸਲ ਜਾਂ ਕਿਸੇ ਚਾਕ ਨਾਲ ਨਿਸ਼ਾਨ ਲਗਾਵਾਂਗੇ ਤਾਂ ਉਹ ਜ਼ਿਆਦਾ ਚੌੜਾ ਵੀ ਲੱਗ ਜਾਂਦਾ ਅਤੇ ਆਪਣੇ ਹੱਥ ਨਾਲ ਕੱਟਣ ਵੇਲੇ ਉਹ ਮਿਟ ਵੀ ਸਕਦਾ ਹੈ। ਇਸ ਕਰਕੇ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਇਹ ਸਟੀਲ ਦੀ ਤਾਰ ਦਾ ਬਣਿਆ ਹੁੰਦਾ ਹੈ। ਇਸ ਦਾ ਇੱਕ ਸਿਰਾ ਨਕੀਲਾ ਹੁੰਦਾ ਹੈ ਅਤੇ ਦੂਜਾ 90 ਡਿਗਰੀ ਦੇ ਕੋਣ ਤੇ ਮੁੜਿਆ ਹੁੰਦਾ ਹੈ ਅਤੇ ਇਸ ਦਾ ਪੁਆਇੰਟ ਤੇਜ਼ ਹੁੰਦਾ ਹੈ, ਤਾਂ ਕਿ ਉਹ ਜੋ ਆਪਾਂ ਜੌਬ ਦੇ ਉੱਪਰ ਨਿਸ਼ਾਨ ਲਾ ਰਹੇ ਹਾਂ ਜਾਂ ਲੋਹੇ ਤੇ ਮੈਲ ਸਟੀਲ ਵਗੈਰਾ ਤੇ ਜੋ ਨਿਸ਼ਾਨ ਲਗਾ ਰਹੇ ਹਾਂ ਤਾਂ ਉਸ ਦੇ ਉੱਪਰ ਉਹ ਨਿਸ਼ਾਨ ਲੱਗ ਜਾਂਦਾ ਹੈ, ਜੋ ਕਿ ਉਹ ਕੱਟਣ ਵੇਲੇ ਉਹ ਮਿਟਦਾ ਨਹੀਂ। ਇਸ ਦੀ ਲੰਬਾਈ ਆਮ ਤੌਰ ਤੇ 150 ਮਿਲੀਮੀਟਰ ਤੋਂ 200 ਮਿਲੀਮੀਟਰ ਤੱਕ ਹੁੰਦੀ ਹੈ। ਜਿਹੜਾ ਇਸ ਦਾ ਪੁਆਇੰਟ ਹੁੰਦਾ ਹੈ ਉਹ 12 ਡਿਗਰੀ ਤੋਂ 15 ਡਿਗਰੀ ਦੇ ਕੋਣ ਤੇ ਗ੍ਰਾਈਂਡ ਕੀਤਾ ਹੁੰਦਾ ਹੈ। ਇਹ 5 ਤਰ੍ਹਾਂ ਦੇ ਹੁੰਦੇ ਹਨ: ਆਰਡੀਨਰੀ ਸਕ੍ਰੈਬਰ, ਇੰਪਰੂਵਬਲ ਸਕ੍ਰੈਬਰ, ਐਡਜਸਟੇਬਲ ਸਕ੍ਰੈਬਰ, ਪੌਕਰ ਸਕ੍ਰੈਬਰ ਅਤੇ ਨੌਬ ਸਕ੍ਰੈਬਰ। ਇਹਨਾਂ ਨੂੰ ਅਲੱਗ-ਅਲੱਗ ਨਿਸ਼ਾਨਾਂ ਦੇ ਲਾਉਣ ਦੇ ਲਈ ਅਸੀਂ ਵਰਤਦੇ ਹਾਂ। ਟਰਾਈ ਸਕੇਅਰ ਵੀ ਵਰਕਸ਼ਾਪ ਦਾ ਸਭ ਤੋਂ ਮਹੱਤਵਪੂਰਨ ਇੱਕ ਟੂਲ ਹੈ। ਇਸ ਦੀ ਵਰਤੋਂ ਅਸੀਂ ਮਾਰਕਿੰਗ ਕਰਨ ਅਤੇ ਜਾਬ ਨੂੰ ਚੈੱਕ ਕਰਨ ਦੇ ਲਈ ਕਰਦੇ ਹਾਂ। ਇਸ ਦੇ ਦੋ ਪ੍ਰਮੁੱਖ ਹਿੱਸੇ ਹੁੰਦੇ ਹਨ: ਮੋਟੇ ਹਿੱਸੇ ਨੂੰ ਸਟਾਕ ਅਤੇ ਪਤਲੇ ਹਿੱਸੇ ਨੂੰ ਬਲੇਡ ਕਹਿੰਦੇ ਹਨ। ਸਟਾਕ ਅਤੇ ਬਲੇਡ ਦਾ 90 ਡਿਗਰੀ ਦੇ ਕੋਣ ਤੇ ਮੁੜੇ ਹੁੰਦੇ ਹਨ। ਇਸ ਦਾ ਸਟਾਕ ਹੁੰਦਾ ਹੈ, ਮੋਟਾ ਸਿਰਾ ਹੁੰਦਾ ਹੈ। ਉਹ ਕਾਸਟ ਆਇਰਨ ਜਾਂ ਐਲੂਮੀਨੀਅਮ ਦਾ ਬਣਿਆ ਹੁੰਦਾ ਹੈ। ਜੋ ਬਲੇਡ ਹੁੰਦਾ ਹੈ ਉਹ ਸਪਰਿੰਗ ਸਟੀਲ ਜਾਂ ਸਟੇਨਲੈਸ ਸਟੀਲ ਦਾ ਬਣਿਆ ਹੁੰਦਾ ਹੈ। ਇਸ ਦਾ ਸਾਈਜ਼ ਬਲੇਡ ਦੀ ਲੰਬਾਈ ਤੋਂ ਲਿਆ ਜਾਂਦਾ ਹੈ। ਬਲੇਡ ਦੇ ਉੱਪਰ ਇੰਚਾਂ ਅਤੇ ਮਿਲੀਮੀਟਰ ਦੇ ਨਿਸ਼ਾਨ ਅੰਕਿਤ ਹੁੰਦੇ ਹਨ। ਟਰਾਈ ਸਕੇਅਰ ਦੀ ਵਰਤੋਂ ਵੈਲਡ ਕੀਤੀ ਜਾਣ ਵਾਲੀ ਜਾਬ ਦੀ ਤਿਆਰੀ ਦੇ ਲਈ ਕੀਤੀ ਜਾਂਦੀ ਹੈ। ਵੈਲਡਿੰਗ ਕਰਦੇ ਸਮੇਂ ਜਾਬਾਂ ਨੂੰ 90 ਡਿਗਰੀ ਦੇ ਕੋਣ ਤੇ ਸੈੱਟ ਕਰਨ ਦੇ ਲਈ ਵੀ ਟਰਾਈ ਸਕੇਅਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ 100 ਮਿਲੀਮੀਟਰ ਤੋਂ 150 ਮਿਲੀਮੀਟਰ 200 ਮਿਲੀਮੀਟਰ ਆਕਾਰ ਦੇ ਵਿੱਚ ਹੁੰਦੇ ਹਨ। ਅਸੀਂ ਇਸ ਨੂੰ ਆਮ ਤੌਰ ਤੇ ਗੁਣੀਆਂ ਵੀ ਕਹਿ ਦਿੰਦੇ ਹਾਂ। ਇਸ ਦੀ ਵਰਤੋਂ ਨੂੰ ਅਸੀਂ ਤਲ ਦਾ ਸਰਫੇਸ ਜਾਂ ਦੋ ਤਲਾਂ ਨੂੰ ਸਮਕੋਣ ਕਰਨ ਦੇ ਲਈ ਵੀ ਵਰਤਦੇ ਹਾਂ। ਸੈਂਟਰ ਪੰਚ ਇਹ ਵੀ ਇੱਕ ਮਾਰਕਿੰਗ ਟੂਲ ਹੈ। ਧਾਤ ਦੇ ਉੱਪਰ ਲਾਈਨਾਂ ਲਗਾਉਣ ਦੇ ਲਈ ਧਾਤ ਦੀ ਸਤ੍ਹਾ ਤੇ ਚਾਕ ਜਾਂ ਨੀਲੇ ਥੋਥੇ ਦਾ ਪ੍ਰਯੋਗ ਕੀਤਾ ਜਾਂਦਾ ਹੈ, ਪਰੰਤੂ ਇਸ ਦੇ ਉੱਪਰ ਰੇਖਾਵਾਂ ਸਾਫ਼ ਤਾਂ ਆ ਜਾਂਦੀਆਂ ਹਨ, ਕਿਉਂਕਿ ਜਦੋਂ ਅਸੀਂ ਕੋਈ ਨਿਸ਼ਾਨ ਲਗਾਉਂਦੇ ਹਾਂ ਕਿਸੇ ਜੌਬ ਨੂੰ ਕੱਟਣ ਦੇ ਲਈ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਅਸੀਂ ਚਾਕ ਜਾਂ ਨੀਲੇ ਥੋਥੇ ਦਾ ਜਦੋਂ ਘੋਲ ਵਰਤਦੇ ਹਾਂ ਤਾਂ ਉਹ ਜਦੋਂ ਅਸੀਂ ਉਸ ਨੂੰ ਕੰਮ ਕਰਨ ਦੇ ਲਈ ਵਰਤਦੇ ਹਾਂ ਤਾਂ ਉਹ ਉਸ ਦੇ ਹੱਥ ਲੱਗਣ ਨਾਲ ਹੀ ਉਹ ਮਿਟ ਜਾਂਦੇ ਹਨ। ਇਸ ਲਈ ਰੇਖਾਵਾਂ ਨੂੰ ਪੱਕਾ ਕਰਨ ਦੇ ਲਈ ਅਸੀਂ ਪੰਚ ਦੀ ਵਰਤੋਂ ਕਰਦੇ ਹਾਂ। ਇਹ ਹਾਈ ਕਾਰਬਨ ਸਟੀਲ ਦੀ ਰਾਡ ਦਾ
ਬਣਿਆ ਹੁੰਦਾ ਹੈ ਅਤੇ ਹਾਰਡ ਅਤੇ ਟੈਂਪਰ ਹੁੰਦਾ ਹੈ। ਇਸ ਦਾ ਪੁਆਇੰਟ ਅੱਗੇ ਤੇਜ਼ ਨਕੀਲਾ ਹੁੰਦਾ ਹੈ ਅਤੇ 60 ਦੇ ਕੋਣ ਤੇ ਗ੍ਰਾਈਂਡ ਹੁੰਦਾ ਹੈ। ਇਸ ਦਾ ਆਕਾਰ ਇਸ ਦੀ ਲੰਬਾਈ ਤੋਂ ਲਿਆ ਜਾਂਦਾ ਹੈ। ਇਸ ਦੀ ਬਾਡੀ ਲਰਨਿੰਗ ਕੀਤੀ ਹੁੰਦੀ ਹੈ ਤਾਂ ਜੋ ਕੰਮ ਕਰ ਸਕੇ, ਹੱਥ ਨਾ ਫਿਸਲ ਸਕੇ। ਡਰਿਲ ਕਰਨ ਵੇਲੇ ਜਦੋਂ ਅਸੀਂ ਕਿਸੇ ਜੌਬ ਦੀ ਡਰਿਲ ਕਰਦੇ ਹਾਂ ਤਾਂ ਅਸੀਂ ਇਸ ਦੇ ਨਾਲ ਵੀ ਨਿਸ਼ਾਨ ਲਗਾਉਂਦੇ ਹਾਂ ਤਾਂ ਕਿ ਡਰਿਲ ਸਹੀ ਟਿਕ ਟਕੇ ਤੇ ਸੁਰਾਖ ਇੱਧਰ ਉੱਧਰ ਨਾ ਹੋ ਸਕੇ, ਉਹ ਸਹੀ ਤਰੀਕੇ ਨਾਲ ਇਹ ਸੁਰਾਖ ਹੋ ਜਾਵੇ। ਇਸ ਲਈ ਅਸੀਂ ਸੈਂਟਰ ਪੰਚ ਦੀ ਵਰਤੋਂ ਕਰਦੇ ਹਾਂ। ਇਹ ਸਟੀਲ ਟੇਪ ਸਟੀਲ ਰੂਲ ਵਰਗਾ ਹੀ ਹੁੰਦਾ ਹੈ, ਪਰ ਇਸ ਦਾ ਸਾਈਜ਼ ਉਸ ਨਾਲੋਂ ਜ਼ਿਆਦਾ 25 ਜਾਂ 100 ਫੁੱਟ ਤੱਕ ਦਾ ਹੁੰਦਾ ਹੈ। ਇਹ ਸਟੀਲ ਜਾਂ ਕੈਨਵਸ ਜਾਂ ਕੱਪੜੇ ਦਾ ਬਣਿਆ ਹੁੰਦਾ ਹੈ। ਇਸ ਦੇ ਉੱਪਰ ਬਣਿਆ ਹੁੰਦਾ, ਇਸ ਦੇ ਉੱਪਰ ਅਸੀਂ ਇੰਚਾਂ ਦੇ ਵਿੱਚ ਤੇ ਸੈਂਟੀਮੀਟਰਾਂ ਦੇ ਵਿੱਚ ਨਿਸ਼ਾਨ ਲੱਗੇ ਹੁੰਦੇ ਹਨ। ਇਸ ਦਾ ਪ੍ਰਯੋਗ ਵੱਡੇ ਸਾਈਜ਼ ਦੇ ਸਟਰਕਚਰ ਆਦਿ ਨੂੰ ਮਾਪਣ ਦੇ ਲਈ ਕੀਤਾ ਜਾਂਦਾ ਹੈ ਤੇ ਇਸ ਨੂੰ ਅਸੀਂ ਇਸ ਦੇ ਹੋਲਡਰ ਦੇ ਵਿੱਚ ਹੀ ਆਪਣੇ ਆਪ ਫੋਲਡ ਕਰ ਸਕਦੇ ਹਾਂ। ਜਦੋਂ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ ਇਸ ਨੂੰ ਇਸ ਦੇ ਵਿੱਚੋਂ ਕੱਢ ਕੇ ਇਸ ਨਾਲ ਮਿਣਤੀ ਕਰਕੇ ਅਤੇ ਬਾਅਦ ਜਦੋਂ ਵਾਪਸ ਇਸ ਦੇ ਵਿੱਚ ਰੱਖਣਾ ਹੁੰਦਾ ਹੈ ਤਾਂ ਡਿਵਾਈਡਰ ਧਾਤ ਦੀ ਸਤ੍ਹਾ ਤੇ ਬ੍ਰਿਤ ਚਾਪ ਲਗਾਉਣ ਦੇ ਲਈ ਡਿਵਾਈਡਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਧਾਤ ਦੀ ਸਤ੍ਹਾ ਤੇ ਕੋਣ ਵੀ ਬਣਾਏ ਜਾਂਦੇ ਹਨ। ਡਿਵਾਈਡਰ ਦੇ ਦੁਆਰਾ ਕਿਸੇ ਵੀ ਰੇਖਾ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਇਸ ਨੂੰ ਕਿਸੇ ਵੀ ਆਕਾਰ ਵਿੱਚ ਖੋਲਣ ਦੇ ਲਈ ਸਟੀਲ ਰੂਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਮੈਲਡ ਸਟੀਲ ਦਾ ਬਣਾਇਆ ਜਾਂਦਾ ਹੈ। ਇਸ ਦੀਆਂ ਦੋਨੋਂ ਲੱਤਾਂ ਸਿੱਧੀਆਂ ਅਤੇ ਤੇਜ਼ ਨਕੀਲੀਆਂ ਹੁੰਦੀਆਂ ਹਨ। ਇਸ ਦੇ ਜੋ ਪੁਆਇੰਟ ਹੁੰਦੇ ਹਨ, ਜੋ ਸਿਰੇ ਦੇ ਵਿੱਚ ਪੁਆਇੰਟ ਹੁੰਦੇ ਹਨ, ਉਹ ਪੁਆਇੰਟ ਇਸ ਹਾਰਡ ਹੁੰਦੇ ਹਨ ਤਾਂ ਕਿ ਘਸ ਨਾ ਸਕਣ। ਇਸ ਦਾ ਆਕਾਰ ਰਿਪਟ ਜਾਂ ਕਿੱਲ ਦੇ ਕੇਂਦਰ ਤੋਂ ਵਰਕਿੰਗ ਪੁਆਇੰਟ ਤੱਕ ਦੀ ਸਿੱਧੀ ਦੂਰੀ ਤੋਂ ਲਿਆ ਜਾਂਦਾ ਹੈ। ਇਹ ਮੁੱਖ ਤੌਰ ਤੇ 100 mm, 150 mm, 200 mm ਅਤੇ 300 ਮਿਲੀਮੀਟਰ ਜਾਂ ਇੰਚਾਂ ਦੇ ਵਿੱਚ 4 ਇੰਚ, 6 ਇੰਚ, 8 ਇੰਚ ਅਤੇ 12 ਇੰਚ ਦੇ ਆਕਾਰ ਵਿੱਚ ਹੁੰਦੇ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ, ਜਿਵੇਂ ਰਿਵਟ ਟੈਪ ਅਤੇ ਸਪਰਿੰਗ ਟੈਪ। ਇਸ ਨੂੰ ਮਿਲਣ ਦੇ ਲਈ ਇਹ ਰਿਵਟ ਸੈਂਟਰ ਪੁਆਇੰਟ ਤੋਂ ਵਰਕਿੰਗ ਪੁਆਇੰਟ ਦੀ ਸਿੱਧੀ ਦੂਰੀ ਤੋਂ ਲਿਆ ਜਾਂਦਾ ਹੈ। ਸਟਰੇਟ ਸਨਿਪ, ਇਹ ਇੱਕ ਤਰ੍ਹਾਂ ਦੀ ਕੈਂਚੀ ਹੁੰਦੀ ਹੈ, ਜਿਵੇਂ ਕਿ ਕੱਪੜਾ ਕੱਟਿਆ ਜਾਂਦਾ ਹੈ। ਇਹ ਇਸ ਤਰ੍ਹਾਂ ਦੀ ਇੱਕ ਕੈਂਚੀ ਹੁੰਦੀ ਹੈ। ਇਹ ਪਤਲੀਆਂ ਚਾਦਰਾਂ ਨੂੰ ਕੱਟਣ ਦੇ ਕੰਮ ਆਉਂਦੀ ਹੈ ਅਤੇ ਇਸ ਨਾਲ ਪਤਲੀਆਂ ਤਾਰਾਂ ਵੀ ਕੱਟੀਆਂ ਜਾ ਸਕਦੀਆਂ ਹਨ। ਇਹ ਹਾਈ ਕਾਰਬਨ ਸਟੀਲ ਦੀ ਬਣੀ ਹੁੰਦੀ ਹੈ। ਇਹ ਹਾਰਡ ਅਤੇ ਟੈਂਪਰ ਹੁੰਦੀ ਹੈ। 30 ਡਿਗਰੀ ਕੋਣ ਤੇ ਗ੍ਰਾਈਂਡ ਕੀਤੀ ਹੁੰਦੀ ਹੈ।
हैंड हैक्सा। हैंड हैक्सा ਇਹ ਵੀ ਇੱਕ ਕਟਿੰਗ ਟੂਲ ਹੈ। ਇਸ ਦੀ ਵਰਤੋਂ ਵਰਕਸ਼ਾਪਾਂ ਵਿੱਚ ਧਾਤਾਂ ਨੂੰ ਕੱਟਣ ਦੇ ਲਈ ਕਰਦੇ ਹਾਂ। ਜਦੋਂ ਅਸੀਂ ਕੋਈ ਜੌਬ ਬਣਾਉਂਦੇ ਹਾਂ ਜਾਂ ਕੋਈ ਰੋਡ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਪਾਰਟਾਂ ਨੂੰ ਬਣਾਉਣਾ ਹੈ ਤਾਂ ਅਸੀਂ ਉਸ ਨੂੰ ਕੱਟਦੇ ਹਾਂ ਤਾਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਹੈਕਸੇ ਦੇ ਮੁੱਖ ਭਾਗ ਫਰੇਮ, ਹੈਂਡਲ, ਫਲਾਈ ਨਟ ਅਤੇ ਬਲੇਡ ਹੁੰਦੇ ਹਨ। ਫਰੇਮ ਵਿੱਚ ਬਲੇਡ ਨੂੰ ਇਸ ਤਰ੍ਹਾਂ ਕੱਸਣਾ ਚਾਹੀਦਾ ਹੈ ਕਿ ਇਸ ਦੇ ਦੰਦੇ ਹੈਂਡਲ ਤੋਂ ਦੂਸਰੇ ਪਾਸੇ ਹੋਣੇ ਚਾਹੀਦੇ ਹਨ। ਇਹ ਦੋ ਤਰ੍ਹਾਂ ਦੇ ਹੁੰਦੇ ਹਨ। ਸਾਲਡ ਹੈਕਸਾ ਫਰੇਮ, ਜੋ ਸਾਲਡ ਹੈਕਸਾ ਫਰੇਮ ਹੁੰਦਾ ਹੈ ਉਹ ਫਿੱਟ ਇੱਕ ਜਗ੍ਹਾ ਫਿਕਸ ਹੁੰਦਾ ਹੈ। ਉਸ ਦੇ ਵਿੱਚ ਅਸੀਂ ਇੱਕ ਤਰ੍ਹਾਂ ਦਾ ਹੀ ਬਲੇਡ ਪਾ ਸਕਦੇ ਹਾਂ, ਜਿਵੇਂ ਕਿ ਉਹ ਜੋ ਫਿਕਸ ਹੁੰਦੇ ਹਨ ਉਹ 300 mm ਦਾ ਬਲੇਡ ਹੀ ਉਸ ਦੇ ਵਿੱਚ ਫਿੱਟ ਕੀਤਾ ਹੁੰਦਾ ਹੈ ਅਤੇ ਇਸ ਦੇ ਉੱਪਰ ਹੈਂਡਲ ਲੱਗਿਆ ਹੁੰਦਾ ਹੈ। ਜੋ ਐਡਜਸਟੇਬਲ ਹੈਕਸਾ ਫਰੇਮ ਹੈ ਉਸ ਨੂੰ ਅਸੀਂ ਆਪਣੀ ਲੋੜ ਅਨੁਸਾਰ ਬਲੇਡ ਦੇ ਅਨੁਸਾਰ ਜੋ ਬਲੇਡ ਨੂੰ ਵਰਤਣਾ ਹੁੰਦਾ, ਜਿਵੇਂ 200 mm ਦਾ ਬਲੇਡ ਵਰਤਣਾ ਜਾਂ 300 mm ਦਾ ਵਰਤਣਾ ਹੈ ਤਾਂ ਉਹਦੇ ਮੁਤਾਬਕ ਅਸੀਂ ਉਸ ਨੂੰ ਐਡਜਸਟ ਕਰਕੇ ਉਸ ਦੇ ਵਿੱਚ ਇਸ ਤਰ੍ਹਾਂ ਬਲੇਡ ਨੂੰ ਫਿੱਟ ਕਰ ਸਕਦੇ ਹਾਂ। ਤੇ ਇਸ ਦੇ ਵਿੱਚ ਜੋ ਦੂਸਰਾ ਹਿੱਸਾ ਹੁੰਦਾ ਹੈ ਬਲੇਡ ਦਾ, ਇਹ ਵੀ ਹੈਕਸੇ ਦਾ ਇੱਕ ਜ਼ਰੂਰੀ ਪਾਰਟ ਹੁੰਦਾ ਹੈ। ਇਸ ਨੂੰ ਅਸੀਂ ਫਰੇਮ ਦੇ ਵਿੱਚ ਫਿੱਟ ਕਰਦੇ ਹਾਂ। ਜਦੋਂ ਅਸੀਂ ਕਿਸੇ ਚੀਜ਼ ਨੂੰ ਕੱਟਣਾ ਹੈ ਤਾਂ ਅਸੀਂ ਜਦੋਂ ਇਸ ਨੂੰ ਹੈਕਸਾ ਫਰੇਮ ਦੇ ਵਿੱਚ ਫਿੱਟ ਕਰਦੇ ਹਾਂ, ਇਸ ਦੇ ਦੰਦੇ ਹੈਂਡਲ ਤੋਂ ਦੂਜੇ ਪਾਸੇ ਨੂੰ ਹੋਣੇ ਚਾਹੀਦੇ ਹਨ ਤਾਂ ਹੀ ਇਸ ਦੇ ਨਾਲ ਅਸੀਂ ਧਾਤਾਂ ਨੂੰ ਕੱਟਦੇ ਹਾਂ। ਬੈਂਚ ਵਾਈਸ ਵੀ ਵਰਕਸ਼ਾਪ ਦੇ ਵਿੱਚ ਇੱਕ ਜ਼ਰੂਰੀ ਪਾਰਟ ਹੈ। ਇਸ ਨੂੰ ਵਰਕ ਬੈਂਚ ਤੇ ਫਿੱਟ ਕੀਤਾ ਜਾਂਦਾ ਹੈ। ਇਸ ਨੂੰ ਪੈਰਲਰ ਜਾਂ ਬੈਂਚ ਵਾਈਸ ਵੀ ਕਿਹਾ ਜਾਂਦਾ ਹੈ। ਜਦੋਂ ਅਸੀਂ ਵਰਕਸ਼ਾਪ ਦੇ ਵਿੱਚ ਵੈਲਡਿੰਗ ਕਰਦੇ ਹਾਂ ਤਾਂ ਸਾਨੂੰ ਛੋਟੇ ਪਾਰਟਾਂ ਨੂੰ ਖੋਲ੍ਹਣ ਦੇ ਲਈ ਕੁਝ ਦਿੱਕਤ ਆਉਂਦੀ ਹੈ ਤਾਂ ਅਸੀਂ ਇਸ ਦੀ ਵਰਤੋਂ ਕਰਦੇ ਹਾਂ, ਕਿਉਂਕਿ ਜੋ ਹੱਥ ਨਾਲ ਨਹੀਂ ਖੋਲ੍ਹ ਸਕਦੇ ਅਤੇ ਉਸ ਨਾਲ ਚਾਬੀ ਜਾਂ ਕਿਸੇ ਸਪੈਨਰ ਦੇ ਨਾਲ ਖੋਲ੍ਹਦੇ ਹਾਂ ਤਾਂ ਉਸ ਨੂੰ ਅਸੀਂ ਇਸ ਦੇ ਵਿੱਚ ਫੜ ਕੇ ਖੋਲ੍ਹ ਸਕਦੇ ਹਾਂ। ਤੇ ਜਦੋਂ ਕਿਸੇ ਜੌਬ ਨੂੰ ਅਸੀਂ ਸਕੁਅਰਨੈਸ ਕਰਨਾ ਹੁੰਦਾ ਹੈ ਤੇ ਉਸ ਦੀ ਪ੍ਰੈਪਰੇਸ਼ਨ ਤਿਆਰੀ ਕਰਨੀ ਹੁੰਦੀ ਹੈ ਤਾਂ ਵੀ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਇਸ ਨੂੰ ਅਸੀਂ ਫਾਈਲਿੰਗ ਕਰਨ ਦੇ ਲਈ ਵੀ ਵਰਤਦੇ ਹਾਂ। ਜਦੋਂ ਅਸੀਂ ਕਿਸੇ ਚੀਜ਼ ਨੂੰ ਫਾਈਲਿੰਗ ਕਰਨਾ ਹੈ ਜਾਂ ਉਸ ਦੇ ਕਿਨਾਰੇ ਸਹੀ ਦਿਸ਼ਾ ਵਿੱਚ ਬਣਾਉਣੇ ਹਨ, ਜਿਵੇਂ ਕਿ 90 ਡਿਗਰੀ ਦੇ ਵਿੱਚ ਕਰਨੇ ਹਨ ਜਾਂ 45 ਡਿਗਰੀ ਦੇ ਵਿੱਚ ਕਰਨੇ ਹਨ, ਤਾਂ ਉਸ ਦੇ ਵਿੱਚ ਅਸੀਂ ਇਸ ਬੈਸ ਦੇ ਵਿੱਚ ਬੰਨ੍ਹ ਕੇ ਅਸੀਂ ਉਸ ਨੂੰ ਰੇਤੀ ਦੀ ਮਦਦ ਨਾਲ ਉਸ ਦੇ ਕਿਨਾਰੇ ਇਸ ਦੇ ਵਿੱਚ ਕੱਸ ਕੇ ਤਿਆਰ ਕਰ ਸਕਦੇ ਹਾਂ। ਅਤੇ ਚਿਪਿੰਗ ਦੇ ਲਈ ਵੀ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਇਸ ਨਾਲ ਕੱਟਣ ਦੇ ਲਈ ਵੀ ਅਸੀਂ ਹੋਰ ਕਈ ਤਰ੍ਹਾਂ ਦੇ ਕੰਮ ਲੈਂਦੇ ਹਾਂ। ਇਹ ਨਰਮ ਲੋਹੇ ਦੀ ਬਣੀ ਹੁੰਦੀ ਹੈ, ਪਰ ਇਸ ਦੇ ਜਾਹ ਸਖਤ ਲੋਹੇ ਦੇ ਬਣੇ ਹੁੰਦੇ ਹਨ। ਇਸ ਦਾ ਸਾਈਜ਼ ਇਸ ਦੇ ਜਾਹ ਤੋਂ ਲਿਆ ਜਾਂਦਾ ਹੈ। ਇਹ ਪੁਰਜਿਆਂ ਨੂੰ ਫੜਨ ਦੇ ਕੰਮ ਆਉਂਦੀ ਹੈ। ਇਸ ਦੀ ਮਦਦ ਦੇ ਨਾਲ ਅਸੀਂ ਪੁਰਜਿਆਂ ਨੂੰ ਖੋਲ੍ਹ ਵੀ ਸਕਦੇ ਹਾਂ ਅਤੇ ਕੱਸ ਵੀ ਸਕਦੇ ਹਾਂ। ਜਦੋਂ ਵਰਕ ਬੈਂਚ ਨੂੰ ਅਸੀਂ ਬੈਂਚ ਦੇ ਉੱਪਰ ਫਿੱਟ ਕਰਨਾ ਹੁੰਦਾ ਹੈ ਤਾਂ ਇਹ ਵਰਕ ਬੈਂਚ ਤੇ ਇਸ ਦੀ ਉਚਾਈ 42 ਇੰਚ ਹੋਣੀ ਚਾਹੀਦੀ ਹੈ ਜਾਂ ਕਿਸੇ ਦੇ ਜੋ ਆਦਮੀ ਉੱਥੇ ਵਰਕਸ਼ਾਪ ਦੇ ਵਿੱਚ ਕੋਈ ਕਾਰੀਗਰ
ਕੰਮ ਕਰ ਰਿਹਾ ਹੈ ਉਸ ਦੇ ਅਨੁਸਾਰ ਇਹ ਉਸ ਦੀ ਕੂਹਣੀ ਤੇ ਬਰਾਬਰ ਫਿੱਟ ਕੀਤੀ ਜਾਂਦੀ ਹੈ ਤਾਂ ਕਿ ਉਸ ਨੂੰ ਇਸ ਦੇ ਵਿੱਚ ਆਸਾਨੀ ਰਹਿ ਸਕੇ ਤੇ ਉਹ ਆਪਣਾ ਕੰਮ ਚੰਗੀ ਤਰੀਕੇ ਨਾਲ ਕਰ ਸਕੇ। ਇਹ ਆਮ ਤੌਰ ਤੇ 75 mm ਦੇ ਵਿੱਚ, 100 mm ਦੇ ਵਿੱਚ, 125 mm ਦੇ ਵਿੱਚ ਅਤੇ 150 mm ਸਾਈਜ਼ ਦੇ ਵਿੱਚ ਮਿਲਦੀਆਂ ਹਨ ਤੇ ਇਹਨਾਂ ਦਾ ਵਰਕਸ਼ਾਪਾਂ ਦੇ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਗਈ ਹੈਮਰ, ਹੈਮਰ ਵੀ ਵਰਕਸ਼ਾਪ ਦੇ ਵਿੱਚ ਵਰਤਿਆ ਜਾਣ ਵਾਲਾ ਟੂਲ ਹੈ। ਇਹ ਇੱਕ ਸੱਟ ਮਾਰਨ ਵਾਲਾ ਔਜ਼ਾਰ ਹੈ। ਇਹ ਜਾਬ ਨੂੰ ਸਿੱਧਾ ਕਰਨ ਜਾਂ ਕਿਸੇ ਵਸਤੂ ਤੇ ਸੱਟ ਲਗਾਉਣ ਦੇ ਲਈ ਅਸੀਂ ਇਸ ਦੀ ਵਰਤੋਂ ਕਰਦੇ ਹਾਂ, ਜਿਵੇਂ ਛੈਣੀ ਹੋ ਗਈ, ਮੈਣਾ ਹੋ ਗਿਆ, ਜਾਂ ਕਿਸੇ ਪਾਰਟ ਨੂੰ ਕਿਸੇ ਵਿੱਚ ਫਿੱਟ ਕਰਨਾ ਹੈ ਤਾਂ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਇਸ ਦੇ ਨਾਲ ਅਸੀਂ ਸੱਟ ਲਗਾ ਕੇ ਜਦੋਂ ਕਿਸੇ ਭੱਠੀ ਦੇ ਵਿੱਚ ਫੋਰਜਿੰਗ ਕਰਦੇ ਹਾਂ ਅਸੀਂ ਤਾਂ ਉਸ ਦੇ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਫੋਰਜਿੰਗ ਕਰਦੇ ਸਮੇਂ ਵੀ ਇਸ ਦੀ ਵਰਤੋਂ ਅਸੀਂ ਕਰਦੇ ਹਾਂ। ਬੈਂਡਿੰਗ ਵੀ ਕਰਦੇ ਹਾਂ। ਵੈਡਿੰਗ ਦੇ ਲਈ ਵੀ ਇਸ ਦੀ ਅਸੀਂ ਵਰਤੋਂ ਕਰਦੇ ਹਾਂ। ਜਿਵੇਂ ਫੋਲਡਿੰਗ ਵੀ ਕਰਨਾ ਕਿਸੇ ਚੀਜ਼ ਨੂੰ, ਉਸ ਦੇ ਲਈ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਜਿਵੇਂ ਕਿ ਚਿਪਿੰਗ ਕਰਨੀ ਹੈ, ਚਿਪਿੰਗ ਕਰਨ ਦੇ ਲਈ ਵੀ ਇਹ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਹਨ। ਚਿਪਿੰਗ ਦੇ ਲਈ ਵੀ ਇੱਕ ਅਲੱਗ ਤਰ੍ਹਾਂ ਦਾ ਹੈਮਰ ਵਰਤਿਆ ਜਾਂਦਾ ਹੈ ਅਤੇ ਇਸ ਦੇ ਨਾਲ ਅਸੀਂ ਰਿਫਟਿੰਗ ਆਦਿ ਵੀ ਕਰ ਸਕਦੇ ਹਾਂ। ਜਦੋਂ ਅਸੀਂ ਕਿਸੇ ਦੋ ਚੀਜ਼ਾਂ ਨੂੰ ਜੋੜਨਾ ਹੈ ਤਾਂ ਉਸ ਨੂੰ ਅਸੀਂ ਬਲੌਕ ਦਾ ਐਨਵਲ ਉੱਪਰ ਰੱਖ ਕੇ ਤਾਂ ਜਦੋਂ ਉਸ ਦੇ ਉੱਪਰ ਰਿਫਟਿੰਗ ਫਿੱਟ ਕਰ ਲਵਾਉਂਦੇ ਹਾਂ ਤਾਂ ਉਸ ਦੇ ਉੱਪਰ ਸੱਟ ਲਗਾਉਣ ਦੇ ਲਈ ਵੀ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਇਹ ਅਲੱਗ-ਅਲੱਗ ਧਾਤਾਂ ਦੇ ਬਣਾਏ ਜਾਂਦੇ ਹਨ, ਜਿਵੇਂ ਕਿ ਕਾਸਟ ਸਟੀਲ, ਬਰਾਸ ਅਤੇ ਤਾਂਬਾ ਆਦਿ। ਇਹ ਸਟੀਲ ਦੇ ਵੀ ਬਣੇ ਹੁੰਦੇ ਹਨ, ਤਾਂਬੇ ਦੇ ਵੀ ਅਤੇ ਬਰਾਸ ਦੇ ਵੀ ਬਣੇ ਹੁੰਦੇ ਹਨ। ਇਸ ਦੇ ਵਿੱਚ ਲੱਕੜੀ ਦਾ ਹੈਂਡਲ ਫਿੱਟ ਕੀਤਾ ਜਾਂਦਾ ਹੈ ਤਾਂ ਕਿ ਜਦੋਂ ਸੱਟ ਲਗਾਉਣ ਵੇਲੇ ਉਹ ਸਾਡੇ ਹੱਥ ਨੂੰ ਟੈਨਸ਼ਨ ਨਾ ਦੇ ਸਕੇ। ਇਸ ਦੇ ਲਈ ਲੱਕੜੀ ਦਾ ਬਾਹਾਂ ਹੀ ਪ੍ਰਯੋਗ ਕੀਤਾ ਜਾਂਦਾ ਹੈ। ਪੀਨ ਦੇ ਅਨੁਸਾਰ ਇਹ ਬਾਲ ਪੇਨ ਹੈਮਰ, ਕ੍ਰਾਸ ਪੀਨ ਹੈਮਰ ਅਤੇ ਸਟ੍ਰੇਟ ਪੀਨ ਹੈਮਰ ਹੁੰਦੇ ਹਨ। ਜੋ ਬਾਲ ਪੀਨ ਹੈਮਰ ਹੈ, ਇਹਨਾਂ ਥੋੜਾਂ ਦਾ ਸਿਰਾ ਗੋਲ ਗੇਂਦ ਵਰਗਾ ਹੁੰਦਾ ਹੈ, ਇਸ ਲਈ ਇਸ ਨੂੰ ਅਸੀਂ ਬਾਲ ਪੀਨ ਹੈਮਰ ਕਹਿੰਦੇ ਹਾਂ। ਇਹ ਆਮ ਤੌਰ ਤੇ ਹੀ ਵਰਕਸ਼ਾਪਾਂ ਦੇ ਵਿੱਚ ਵਰਤੇ ਜਾਂਦੇ ਹਨ। ਜਿਵੇਂ ਹਥੌੜੇ ਦਾ ਪੀਸ ਹੈਂਡਲ ਦੇ ਜੋ ਸਟ੍ਰੇਟ ਪੀਨ ਹੈਮਰ ਹੁੰਦਾ ਹੈ, ਉਸ ਦਾ ਪੀਨ ਹੈਂਡਲ ਦੇ ਸਿੱਧੇ ਆਕਾਰ ਵਿੱਚ ਹੁੰਦਾ ਹੈ। ਉਸ ਦੀ ਵਰਤੋਂ ਅਸੀਂ ਜਦੋਂ ਕੋਈ ਰਿਵਟ ਕੁੱਟਣੇ ਹੁੰਦੇ ਹਨ ਜਾਂ ਮੈਟਲ ਫਰੇਮ ਨੂੰ ਵਧਾਉਣਾ ਹੁੰਦਾ ਹੈ ਤਾਂ ਅਸੀਂ ਉਸ ਦੇ ਵਿੱਚ ਸਟ੍ਰੇਟ ਪੀਨ ਹੈਮਰ ਦੀ ਵਰਤੋਂ ਕਰਦੇ ਹਾਂ। ਗਾਈ ਚੀਜ਼ਲ, ਇਹ ਵੀ ਇੱਕ ਕਟਿੰਗ ਟੂਲ ਹੈ ਜੀ। ਇਸ ਦੀ ਵਰਤੋਂ ਧਾਤਾਂ ਨੂੰ ਕੱਟਣ ਦੇ ਲਈ ਕੀਤੀ ਜਾਂਦੀ ਹੈ। ਇਹ ਹਾਈ ਕਾਰਬਨ ਸਟੀਲ ਦੀ ਬਣੀ ਹੁੰਦੀ ਹੈ। ਇਹ ਹਾਰਡ ਅਤੇ ਟੈਂਪਰ ਹੁੰਦੀ ਹੈ। ਅਸੀਂ ਉੱਥੇ ਇਸ ਨੂੰ ਵਰਤ ਸਕਦੇ ਹਾਂ ਜਿਵੇਂ ਕਿ ਜਿੱਥੇ ਹੈਕਸਾ ਫਰੇਮ ਜਾਂ ਰੇਤੀ ਜਾਂ ਕੋਈ ਹੋਰ ਧਾਤ ਕੱਟਣ ਵਾਲਾ ਔਜ਼ਾਰ ਨਹੀਂ ਚੱਲ ਸਕਦਾ ਤਾਂ ਉੱਥੇ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਪਤਲੀਆਂ ਚਾਦਰਾਂ ਅਤੇ ਸਰੀਏ ਆਦਿ ਨੂੰ ਹਿੱਸਿਆਂ ਦੇ ਵਿੱਚ ਵੰਡਣ ਦੇ ਲਈ ਵੀ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਅਸੀਂ ਇਸ ਦੀ ਵਰਤੋਂ ਧਾਤ ਦੀ ਮੋਟਾਈ ਨੂੰ ਘੱਟ ਕਰਨ ਦੇ ਲਈ, ਜਿਵੇਂ ਕਿ ਚਿਪਿੰਗ ਕਰਨ ਦੇ ਲਈ ਵੀ ਕਰਦੇ ਹਾਂ। ਇਸ ਦੇ ਨਾਲ ਅਸੀਂ ਚਿਪਿੰਗ ਵੀ ਕਰ ਸਕਦੇ ਹਾਂ। ਇਹ ਸ਼੍ਰੇਣੀਆਂ ਫਲੈਟ ਸ਼੍ਰੇਣੀ, ਕ੍ਰਾਸ ਕੱਟ ਸ਼੍ਰੇਣੀ, ਡਾਇਮੰਡ ਪੁਆਇੰਟ
ਸ਼ੈਣੀ, ਰਾਉਂਡ ਨੋਜ਼ ਸ਼ੈਣੀ, ਸਾਈਡ ਕੱਟ ਸ਼ੈਣੀ ਅਤੇ ਕੌਸ ਮੌਤ ਸ਼ੈਣੀ ਇਹ ਮਿਲਦੀਆਂ ਹਨ। ਇਹਨਾਂ ਨਾਲ ਅਲੱਗ-ਅਲੱਗ ਤੱਤਾਂ ਨੂੰ ਕੱਟਿਆ ਜਾਂਦਾ ਹੈ। ਫਾਇਲ ਫਾਇਲ ਵੀ ਇੱਕ ਕਟਿੰਗ ਟੂਲ ਹੈ। ਇਸ ਦੇ ਦੁਆਰਾ ਧਾਤਾਂ ਨੂੰ ਛੋਟੇ-ਛੋਟੇ ਕਣਾਂ ਦੇ ਰੂਪ ਵਿੱਚ ਘੁਮਾਇਆ ਜਾਂਦਾ ਹੈ ਅਤੇ ਵੈਲਡਿੰਗ ਸ਼ਾਪ ਵਿੱਚ ਵੈਲਡਿੰਗ ਕਰਦੇ ਸਮੇਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਰੇਤੀ ਹਾਈ ਕਾਰਬਨ ਸਟੀਲ ਬਣੀ ਹੁੰਦੀ ਹੈ। ਇਸ ਦੇ ਟੈਗ ਨੂੰ ਛੱਡ ਕੇ ਜੋ ਬਾਕੀ ਹਿੱਸਾ ਹੁੰਦਾ ਹੈ ਉਹ ਹਾਰਡ ਅਤੇ ਟੈਂਪਰ ਹੁੰਦਾ ਹੈ। ਜਿੱਥੇ ਅਸੀਂ ਇਸ ਦੇ ਵਿੱਚ ਲੱਕੜ ਜਾਂ ਪਲਾਸਟਿਕ ਦਾ ਹੈਂਡਲ ਫਿੱਟ ਕਰਦੇ ਹਾਂ, ਉਸ ਨੂੰ ਛੱਡ ਕੇ ਬਾਕੀ ਹਿੱਸਾ ਸਾਰਾ ਇਸ ਦਾ ਰੇਤੀ ਦਾ ਹਾਰਡ ਅਤੇ ਟੈਂਪਰ ਕੀਤਾ ਹੁੰਦਾ। ਇਸ ਦੀ ਵਰਤੋਂ ਅਸੀਂ ਤਲਾਂ ਨੂੰ ਸਰਫੇਸ ਕਰਨ, ਜੌਬਾਂ ਦੇ ਕਿਨਾਰਿਆਂ ਦੀ ਤਿਆਰੀ ਕਰਨ ਦੇ ਲਈ ਕਰਦੇ ਹਾਂ। ਜਦੋਂ ਜੌਬਾਂ ਨੂੰ ਜੌਬ ਦੇ ਕਿਨਾਰੇ ਉਹਨੂੰ ਸਕੁਅਰਨੈਸ ਕਰਨਾ ਹੈ ਤਾਂ ਇਸ ਦੀ ਵਰਤੋਂ ਕਰਦੇ ਹਾਂ। ਜਿਵੇਂ ਕਿਸੇ ਜੌਬ ਦੇ ਸਰਫੇਸ ਬਣਾਉਣਾ ਹੈ ਉਸ ਦੀ ਵਰਤੋਂ ਕਰਦੇ ਹਾਂ, ਜਾਂ ਜਿਸ ਤਰ੍ਹਾਂ ਕਿਸੇ ਚੀਜ਼ ਨੂੰ ਦੂਸਰੀ ਨੂੰ ਉਸ ਦੇ ਵਿੱਚ ਫਿੱਟ ਕਰਨਾ ਹੈ ਤਾਂ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਇਹਨਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਵੇਂ ਫਲੈਟ ਫਾਇਲ, ਹਾਫ ਰਾਉਂਡ ਫਾਇਲ, ਰਾਉਂਡ ਫਾਇਲ, ਟ੍ਰਾਇੰਗੂਲਰ ਫਾਇਲ, ਚੌਰਸ ਰੇਤੀ ਹੋ ਗਈ, ਸਕੁਅਰ ਰੇਤੀ ਕਹਿੰਦੇ ਹੁੰਦੇ ਜਿਹਨੂੰ ਆਪਾਂ ਰੇਤੀ ਹੁੰਦੀ ਹੈ, ਤੇ ਨਾਈਫ ਐਜ ਰੇਤੀ ਤੇ ਸੇਫ ਐਜ ਰੇਤੀ। ਅਤੇ ਇਹ ਵਰਗੀਕਰਨ ਦੇ ਆਧਾਰ ਤੇ ਇਹ 4 ਤਰ੍ਹਾਂ ਦੀਆਂ ਹੁੰਦੀਆਂ ਹਨ: ਲੰਬਾਈ ਦੇ ਅਨੁਸਾਰ, ਆਕਾਰ ਦੇ ਅਨੁਸਾਰ, ਗ੍ਰੇਡ ਦੇ ਅਨੁਸਾਰ ਅਤੇ ਕੱਟ ਦੇ ਅਨੁਸਾਰ। ਲੰਬਾਈ ਦੇ ਅਨੁਸਾਰ ਰੇਤੀਆਂ ਦਾ ਜੋ ਅਸੀਂ ਸਾਈਜ਼ ਦੇਖਦੇ ਹਾਂ ਉਹ 100 ਮਿਲੀਮੀਟਰ ਤੋਂ ਲੈ ਕੇ 400 ਮਿਲੀਮੀਟਰ ਤੱਕ ਹੁੰਦਾ ਹੈ। ਜਦੋਂ ਅਸੀਂ ਜੋ ਰੇਤੀਆਂ ਇਹ ਮਾਰਕੀਟ ਦੇ ਵਿੱਚ ਜੋ ਆਪਾਂ ਵਰਕਸ਼ਾਪ ਦੇ ਵਿੱਚ ਵਰਤਦੇ ਹਾਂ, ਇਹ ਰੇਤੀਆਂ 100 ਮਿਲੀਮੀਟਰ ਤੋਂ ਲੈ ਕੇ 400 ਮਿਲੀਮੀਟਰ ਤੱਕ ਹੁੰਦੀਆਂ ਹਨ। ਟਾਂਗ ਨੂੰ ਅਸੀਂ ਸੰਨੀ ਵੀ ਕਹਿ ਦਿੰਦੇ ਹਾਂ। ਸੰਨੀ ਪੰਜਾਬੀ ਦਾ ਸ਼ਬਦ ਸੰਨੀ ਬੋਲ ਦਿੰਦੇ ਹਾਂ ਇਸ ਨੂੰ ਸੰਡਾਸੀ ਵੀ ਕਹਿ ਦਿੰਦੇ ਨੇ। ਇਹ ਦੀ ਵਰਤੋਂ ਅਸੀਂ ਕਿਸੇ ਜੌਬ ਨੂੰ ਫੜਨ ਦੇ ਲਈ ਕਰਦੇ ਹਾਂ। ਜਿਵੇਂ ਕਿ ਕਿਸੇ ਗਰਮ ਚੀਜ਼ ਨੂੰ ਫੜਨਾ ਹੈ ਤਾਂ ਅਸੀਂ ਇਸ ਦੀ ਵਰਤੋਂ ਕਰ ਸਕਦੇ ਹਾਂ। ਜਿੱਥੇ ਜਿਵੇਂ ਕੋਈ ਛੋਟੀ ਚੀਜ਼ ਦੇ ਉੱਤੇ ਸੱਟ ਲਗਾਉਣੀ ਜਾਂ ਇਸ ਤਰ੍ਹਾਂ ਕਰਨਾ ਹੈ ਤਾਂ ਕਿ ਹੱਥ 'ਤੇ ਸੱਟ ਸਾਡੇ ਨਾ ਲੱਗ ਸਕੇ, ਉੱਥੇ ਵੀ ਅਸੀਂ ਇਸ ਨਾਲ ਉਸ ਨੂੰ ਫੜ ਕੇ ਇਸ ਤੇ ਉਸ ਦੀ ਵਰਤੋਂ ਅਸੀਂ ਕਰ ਸਕਦੇ ਹਾਂ। ਇਹ ਮੈਲਡ ਸਟੀਲ ਦੀ ਬਣੀ ਹੁੰਦੀ ਹੈ। ਇਸ ਦੇ 3 ਭਾਗ ਹੁੰਦੇ ਹਨ: ਰਿਵਟ, ਬਿੱਟ ਅਤੇ ਹੈਂਡਲ। ਇਹ ਜਿਵੇਂ ਪਲਾਸ ਦੇਖਿਆ ਵੀ ਇਹ ਪਲਾਸ ਦੀ ਤਰ੍ਹਾਂ ਬਣੀ ਹੁੰਦੀ ਹੈ। ਇਸ ਦਾ ਇੱਕ ਮੂੰਹ ਬਣਿਆ ਹੁੰਦਾ ਹੈ ਜੋ ਕਿ ਚੀਜ਼ਾਂ ਨੂੰ ਪਕੜਦਾ। ਇਸ ਦੇ ਹਿੱਸੇ ਬਣਾਏ ਜਾਂਦੇ ਹਨ। ਆਪਾਂ ਕਹਿ ਸਕਦੇ ਜਿਵੇਂ ਪਲਾਸ ਹੁੰਦਾ ਹੈ ਉਸ ਦੇ ਵਾਂਗੂ ਇਸ ਦੇ ਵਿੱਚ ਦੋਨੇ ਹਿੱਸਿਆਂ ਦੇ ਨਾਲ ਜੋੜਿਆ ਜਾਂਦਾ ਹੈ। ਜੋ ਪਿਛਲਾ ਹਿੱਸਾ ਹੁੰਦਾ ਉਸ ਨੂੰ ਅਸੀਂ ਹੈਂਡਲ ਕਹਿੰਦੇ ਹਾਂ। ਇਹਨਾਂ ਨੂੰ ਅਸੀਂ ਵੱਖ-ਵੱਖ ਕੰਮਾਂ ਦੇ ਲਈ ਵਰਤ ਸਕਦੇ ਹਾਂ ਤੇ ਇਹ ਵੱਖ-ਵੱਖ ਤਰ੍ਹਾਂ ਦੀਆਂ ਹੁੰਦੀਆਂ ਹਨ। ਤੇ ਜਿਵੇਂ ਕਿ ਅਸੀਂ ਪੱਤੀਆਂ, ਫਲੈਟਾਂ ਜਾਂ ਪਤਲੀਆਂ ਚਾਦਰਾਂ ਨੂੰ ਫੜਨ ਦੇ ਲਈ ਵੀ ਇਹਨਾਂ ਦੀ ਵਰਤੋਂ ਕਰਦੇ ਹਾਂ। ਜਿਵੇਂ ਰਿਵਟ ਫੜਨਾ, ਬੋਲਟ ਨੂੰ ਫੜਨਾ, ਕਿੱਲ ਨੂੰ ਫੜਨਾ ਅਤੇ ਜਾਂ ਕੋਈ ਹੋਰ ਵੀ ਇਹੋ ਜਿਹੀ ਚੀਜ਼ ਹੈ ਜੋ ਅਸੀਂ ਹੱਥ ਨਾਲ ਨਹੀਂ ਫੜ ਸਕਦੇ ਤਾਂ ਇਸ ਨੂੰ ਫੜਨ ਦੇ ਲਈ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਜਿਵੇਂ 8 ਭੁਜੇ ਜਾਂ 6 ਭੁਜੇ ਜਿਵੇਂ ਰਾੜ ਹੈ, ਉਹਨੂੰ ਫੜਨ ਦੇ ਲਈ ਕੋਈ 90 ਡਿਗਰੀ ਦੀ ਕੋਣ 'ਤੇ ਜਾਂ ਉਹਨੂੰ ਖੜਾਉਣਾ, ਉਸ ਦੇ ਫੜਨ ਦੇ ਲਈ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਇਹ ਅਲੱਗ-ਅਲੱਗ ਕਿਸਮਾਂ ਦੀਆਂ ਹੁੰਦੀਆਂ ਹਨ, ਜਿਵੇਂ ਫਲੈਟ ਓਪਨ ਮਾਊਥ ਟੌਂਗਸ, ਫਲੈਟ ਕਲੋਜ਼ ਮਾਊਥ ਟੌਂਗਸ, ਪਿਕਅਪ ਮਾਊਥ ਟੌਂਗ, ਹਾਲੋ ਬਿਟ ਮਾਊਥ ਟੌਂਗ, बोल्ट माउथ टोंग्स, साइड माउथ टोंग्स और एंगल आयरन माउथ टोंग्स। गए सी ਕਲੰਪ ਇਹਦਾ ਆਕਾਰ ਸੀ ਅੱਖਰ ਵਰਗਾ ਹੀ ਹੁੰਦਾ ਹੈ। ਅਸੀਂ ਇਸ ਦੀ ਵਰਤੋਂ
2-3 ਪਾਰਟਾਂ ਨੂੰ ਇਕੱਠੇ ਜਾਂ ਇਸ ਤੋਂ ਜ਼ਿਆਦਾ ਪਾਰਟਾਂ ਨੂੰ ਕਲੰਪ ਕਰਨ ਦੇ ਲਈ ਕਰਦੇ ਹਾਂ। ਜਦੋਂ ਜਿਵੇਂ ਕਿ ਕਈ ਪੱਤੀਆਂ ਨੂੰ ਵੈਲਡਿੰਗ ਕਰਨਾ ਹੁੰਦਾ ਹੈ, ਅਸੀਂ ਜੇ 5-6 ਪਤਲੀਆਂ ਪੱਤੀਆਂ ਹਨ ਉਹਨਾਂ ਨੂੰ ਸਾਈਡ ਤੋਂ ਇਕੱਠੀਆਂ ਨੂੰ ਵੈਲਡਿੰਗ ਕਰਨਾ ਹੈ ਕਿ ਉਹਨਾਂ ਦੇ ਵਿੱਚ ਡਿਸਟੋਰਸ਼ਨ ਆ ਜਾਵੇ, ਤਾਂ ਅਸੀਂ ਉਹਨਾਂ ਨੂੰ ਇੱਕ ਜਗ੍ਹਾ ਦੇ ਲਈ ਫਿਕਸ ਕਰਨ ਦੇ ਲਈ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਜੋ ਇਸ ਦੀ ਬਾਡੀ ਹੁੰਦੀ ਹੈ ਉਹ ਕਾਸਟ ਸਟੀਲ ਦੀ ਜਾਂ ਡਰਾਪ ਫੋਰਜ ਕੀਤੀ ਹੋਈ ਜਾਂ ਕਾਸਟ ਆਇਰਨ ਦੀ ਢਲਾਈ ਕਰਕੇ ਬਣਾਈ ਜਾਂਦੀ ਹੈ। ਇਸ ਦੀ ਬਾਡੀ ਦੇ ਇੱਕ ਸਿਰੇ ਤੇ ਚੂੜੀਦਾਰ ਸਪਿੰਡਲ ਲੱਗਿਆ ਹੁੰਦਾ ਹੈ, ਜਿਸ ਨੂੰ ਘੁਮਾਉਣ ਦੇ ਲਈ ਹੈਂਡਲ ਲੱਗਿਆ ਹੁੰਦਾ ਹੈ। ਇਹ ਦੋਨੋਂ ਮਾਈਲਡ ਸਟੀਲ ਦੇ ਬਣੇ ਹੁੰਦੇ ਹਨ। ਸਪਿੰਡਲ ਦੇ ਅਗਲੇ ਸਿਰੇ ਤੇ ਇੱਕ ਸੈਵੀ ਵੇਲ ਬਟਨ ਲੱਗਿਆ ਹੁੰਦਾ ਹੈ, ਜੋ ਜਿਹੜਾ ਉਸ ਦੇ ਸਪਿੰਡਲ ਦੇ ਨਾਲ ਲੱਗਿਆ ਹੁੰਦਾ ਹੈ। ਉਸ ਦੀ ਵਰਤੋਂ ਉਹ ਜੌਬ ਨੂੰ ਫੜਨ ਦੇ ਲਈ ਕੀਤੀ ਜਾਂਦੀ ਹੈ। ਇੱਕ ਪਾਸੇ ਉਹ ਫਿਕਸ ਹੁੰਦਾ ਹੈ ਤੇ ਦੂਸਰੇ ਪਾਸੇ ਉਹ ਸਪਿੰਡਲ ਦੇ ਨਾਲ ਲੱਗਿਆ ਹੁੰਦਾ ਹੈ ਅਤੇ ਜੌਬਾਂ ਨੂੰ ਇਸ ਦੇ ਨਾਲ ਫੜਿਆ ਜਾਂਦਾ ਹੈ। ਪਾਈਪ ਕਟਰ। ਪਾਈਪ ਕਟ ਇਹ ਇੱਕ ਪਾਈਪ ਕੱਟਣ ਵਾਲਾ ਔਜ਼ਾਰ ਹੈ। ਹੈਕਸਾ ਦੇ ਇਲਾਵਾ ਕੱਟਣ ਦੇ ਲਈ ਪਾਈਪ ਕਟਰ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਅਸੀਂ ਹੈਕਸ ਦੇ ਨਾਲ ਪਾਈਪ ਨੂੰ ਕੱਟਦੇ ਹਾਂ ਤਾਂ ਵੀ ਉਹ ਟੇਢਾ ਵਿੰਗਾ ਕੱਟ ਪੈ ਜਾਂਦਾ ਹੈ, ਜਿੱਥੇ ਸਾਡੀ ਜੌਬ ਵੀ ਖਰਾਬ ਹੋ ਜਾਂਦੀ ਹੈ, ਉਸ ਨੂੰ ਰਗੜਨ ਦੇ ਲਈ ਵੀ ਟਾਈਮ ਲੱਗਦਾ, ਸਮਾਂ ਵੇਸਟ ਹੁੰਦਾ ਹੈ, ਤਾਂ ਉੱਥੇ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਇਹ ਪਾਈਪ ਕਟਰ ਜਿਹੜਾ ਹੁੰਦਾ ਇਹ ਵੀ ਅੰਗਰੇਜ਼ੀ ਦੇ ਸੀ ਅੱਖਰ ਵਰਗਾ ਹੁੰਦਾ ਹੈ। ਇਸ ਦੇ ਇੱਕ ਸਿਰੇ ਤੇ ਚੂੜੀਆਂ ਕੱਟੀਆਂ ਹੁੰਦੀਆਂ ਹਨ, ਉਸ ਵਿੱਚ ਇੱਕ ਸਪਿੰਡਲ ਫਿੱਟ ਰਹਿੰਦਾ ਹੈ ਅਤੇ ਉਸ ਦੇ ਹੈਂਡਲ ਲੱਗਾ ਹੁੰਦਾ ਹੈ। ਸਪਿੰਡਲ ਤੇ ਮੂਵਿੰਗ ਲੱਗਾ ਹੁੰਦਾ ਹੈ, ਜਿਸ ਵਿੱਚ 3 ਕਟਰ ਲੱਗੇ ਹੁੰਦੇ ਹਨ। ਦੇ ਵਿੱਚ 3 ਕਟਰ ਇੱਕ ਪਾਸੇ ਫਿਕਸ ਹੁੰਦਾ ਹੈ, ਦੂਜਾ ਉਹ ਸਪਿੰਡਲ ਦੇ ਨਾਲ 2 ਪਾਰਟ ਸਪਿੰਡਲ ਦੇ ਨਾਲ ਲੱਗੇ ਹੁੰਦੇ ਹਨ ਤੇ ਜਿਹੜਾ ਦੂਸਰਾ ਇੱਕ ਸਿਰਾ ਹੁੰਦਾ ਹੈ ਉਹ ਫਿਕਸ ਹੁੰਦਾ ਹੈ ਉਸ ਦੀ ਬੋਡੀ ਦੇ ਨਾਲ, ਉਹ ਵੀ ਵਿੱਚੋਂ ਘੁੰਮਦਾ ਹੈ। ਤਿੰਨੇ ਕਟਰ ਘੁੰਮਦੇ ਹਨ ਤੇ ਤਾਂ ਹੀ ਜਾ ਕੇ ਪਾਈਪ ਨੂੰ ਕੱਟਿਆ ਜਾ ਸਕਦਾ ਹੈ, ਜੋ ਕਿ ਇਹ ਹਾਈ ਕਾਰਬਨ ਸਟੀਲ ਜਾਂ ਹਾਈ ਸਪੀਡ ਸਟੀਲ ਦੇ ਬਣੇ ਹੁੰਦੇ ਹਨ। ਇਸ ਨੂੰ ਪਾਈਪ ਤੇ ਸੈੱਟ ਕਰਕੇ ਅੱਗੇ ਪਿੱਛੇ ਘੁਮਾਇਆ ਜਾਂਦਾ ਹੈ। ਇਸ ਨੂੰ ਅਸੀਂ ਬੈਂਚ ਵੈਸ ਦੇ ਵਿੱਚ ਜਦੋਂ ਬੰਨ ਲੈਂਦੇ ਹਾਂ, ਇਸ ਨੂੰ ਪਾਈਪ ਨੂੰ ਬੈਂਚ ਵੈਸ ਦੇ ਵਿੱਚ ਬੰਨ ਕੇ ਇਸ ਨੂੰ ਉਸ ਦੇ ਉੱਪਰ ਪਾਈਪ ਦੇ ਉੱਪਰ ਲਗਾਇਆ ਜਾਂਦਾ ਹੈ ਅਤੇ ਹੌਲੀ ਹੌਲੀ ਇਸ ਦੇ ਹੈਂਡਲ ਨੂੰ ਕੱਸ ਕੇ ਥੋੜਾ ਕੱਸ ਕੇ ਇਸ ਨੂੰ ਪਾਈਪ ਤੇ ਸੈੱਟ ਕਰਕੇ ਅੱਗੇ ਪਿੱਛੇ ਘੁਮਾਉਂਦੇ ਹਾਂ। ਪੂਰਾ ਗੇੜਾ ਦੇਣ ਤੋਂ ਬਾਅਦ ਅਸੀਂ ਫਿਰ ਦੁਬਾਰਾ ਉਸ ਨੂੰ ਹੌਲੀ ਹੌਲੀ ਘੁਮਾਉਂਦੇ ਹਾਂ ਤੇ ਇਸ ਤਰ੍ਹਾਂ ਅਸੀਂ ਹੌਲੀ ਹੌਲੀ ਨਾ ਉਸ ਪਾਈਪ ਨੂੰ ਕੱਟ ਲੈਂਦੇ ਹਾਂ। ਇਸ ਨੂੰ ਬੈਸ ਦੇ ਵਿੱਚ ਪੂਰੀ ਮਜ਼ਬੂਤੀ ਦੇ ਨਾਲ ਫੜ ਲੈਣਾ ਚਾਹੀਦਾ ਹੈ। ਬੈਰ ਬੁਰਸ਼। ਬੈਰ ਬੁਰਸ਼ ਇਹ ਲੋਹੇ ਦੀ ਤਾਰਾਂ ਦਾ ਬਣਿਆ ਹੁੰਦਾ ਹੈ। ਇਹ ਜਿਹੜਾ ਬੈਰ ਬੁਰਸ਼ ਅਸੀਂ ਵਰਤਦੇ ਹਾਂ, ਤੁਸੀਂ ਦੇਖਿਆ ਹੋਊਗਾ ਕਿ ਜਦੋਂ ਆਪਾਂ ਕੰਧਾਂ ਵਗੈਰਾ ਨੂੰ ਪਲਾਸਟਰ ਘਰ ਵਗੈਰਾ ਵੀ ਬਣਾਉਂਦੇ ਤਾਂ ਉਹ ਮਿਸਤਰੀ ਇਸ ਦੀ ਵਰਤੋਂ ਕਰਦੇ ਹਨ, ਤਾਂ ਕਿ ਉਸ ਦੇ ਉੱਪਰ ਜੋ ਅਸੀਂ ਪਲਾਸਟਰ ਵਗੈਰਾ ਕਰਨਾ ਹੈ, ਸੀਮੈਂਟ ਵਗੈਰਾ ਲਗਾਉਣਾ ਹੈ ਤੇ ਜੋ ਉਸ ਦੇ ਉੱਪਰ ਫਾਲਤੂ ਜੰਗਾਲ ਵਗੈਰਾ ਲੱਗੀ ਹੋਈ ਹੈ ਤਾਂ ਉਹ ਉਸ ਦੇ ਉੱਪਰੋਂ ਲੈ ਸਕੇ ਤੇ ਉਹ ਸਹੀ ਤਰ੍ਹਾਂ ਪਲਾਸਟਰ ਹੋ ਸਕੇ। ਇਸੇ ਤਰ੍ਹਾਂ ਹੀ ਜਦੋਂ ਅਸੀਂ ਕਿਸੇ ਚੀਜ਼ ਨੂੰ ਵੈਲਡਿੰਗ ਕਰਨੀ ਹੈ ਤਾਂ ਅਸੀਂ ਇਸ ਨੂੰ ਪੂਰੀ ਤਰ੍ਹਾਂ ਉਸ ਦੇ ਬੈਰ ਬੁਰਸ਼ ਦੇ ਨਾਲ, ਜਿਵੇਂ ਜੰਗਾਲ ਲੱਗੀ ਹੋਈ ਹੈ ਤੇ ਜੋਬ ਤੇ ਉੱਪਰ ਕੁਝ ਹੋਰ ਲੱਗਿਆ ਹੋਇਆ ਹੈ, ਉਸ ਨੂੰ ਉਸ ਦੇ ਲਈ ਸਾਫ਼ ਕਰਨ ਦੇ ਲਈ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਇਹ ਸਟੀਲ ਦੀਆਂ ਤਾਰਾਂ ਜਿਹੜੀਆਂ ਲੱਗੀਆਂ ਹੁੰਦੀਆਂ ਹਨ ਉਹ ਨਾ ਇੱਕ ਪਲਾਸਟਿਕ ਦੇ ਜਾਂ ਲੱਕੜੀ ਦੇ ਵਿੱਚ ਫਿੱਟ ਕੀਤੀਆਂ ਹੁੰਦੀਆਂ ਹਨ, ਜਿਸ ਦੇ ਵਿੱਚੋਂ ਹੀ ਉਹ ਲੱਕੜ ਜਾਂ ਪਲਾਸਟਿਕ ਦੇ ਵਿੱਚੋਂ ਹੀ ਇੱਕ ਹੈਂਡਲ ਬਣਾਇਆ ਜਾਂਦਾ ਹੈ। ਉਸ ਦੇ ਵਿੱਚੋਂ ਉਹ ਕੱਢੀਆਂ ਜਾਂਦੀਆਂ ਹਨ। ਹੈਂਡਲ ਨੂੰ ਹੱਥ ਨਾਲ ਫੜਨ ਦੇ ਲਈ
ਉਹ ਬਣਾਇਆ ਜਾਂਦਾ ਤੇ ਉਹ ਜੋ ਤਾਰਾਂ ਸਟੀਲ ਦੀਆਂ ਤਾਰਾਂ ਹੁੰਦੀਆਂ ਹਨ ਉਹ ਉਹਨਾਂ ਦੇ ਵਿੱਚ ਫਿਕਸ ਕੀਤੀਆਂ ਜਾਂਦੀਆਂ ਹਨ। ਇਹਨਾਂ ਨੂੰ 3 ਜਾਂ 5 ਕਤਾਰਾਂ ਵਿੱਚ ਵੰਡਿਆ ਜਾਂਦਾ ਹੈ। ਇਹ ਤਾਰਾਂ ਹਾਰਡ ਅਤੇ ਟੈਂਪਰ ਹੁੰਦੀਆਂ ਹਨ ਤਾਂ ਕਿ ਇਹ ਲੰਬੇ ਸਮੇਂ ਤੱਕ ਲਈ ਚੱਲ ਸਕਣ। ਇਹਨਾਂ ਦੀ ਵਰਤੋਂ ਵੇਲੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਹਨਾਂ ਨੂੰ ਅਸੀਂ ਇੱਕ ਤਰਫ ਤੋਂ ਹੀ ਚਲਾਇਆ ਜਾਵੇ। ਇਹਨਾਂ ਦੀ ਤਾਰਾਂ ਨੂੰ ਜੇ ਅਸੀਂ ਜ਼ਿਆਦਾ ਗਰਮ ਜੋਬ ਤੇ ਰਗੜਨ ਦੇ ਲਈ ਕਰਦੇ ਹਾਂ ਤਾਂ ਇਹ ਆਪਣੀ ਛੇਤੀ ਲਚਕ ਹੋ ਬੈਠਦੀਆਂ ਹਨ ਅਤੇ ਖਰਾਬ ਹੋ ਜਾਂਦੀਆਂ ਹਨ। ਚਿਪਿੰਗ ਹੈਮਰ, ਇਹ ਚਿਪਿੰਗ ਹੈਮਰ ਜੋ ਹੈ ਇਹ ਵੈਲਡਿੰਗ ਸ਼ੌਪ ਦਾ ਇੱਕ ਪਾਰਟ ਹੈ। ਇਸ ਦੀ ਵਰਤੋਂ ਅਸੀਂ ਬੈਲਟ ਧਾਤ ਤੋਂ ਸਲੈਗ ਨੂੰ ਉਤਾਰਨ ਦੇ ਲਈ ਕਰਦੇ ਹਾਂ ਅਤੇ ਇਹਦੇ ਨਾਲ ਕਿਨਾਰਿਆਂ ਵਗੈਰਾ ਦੀ ਸਫਾਈ ਵੀ ਕੀਤੀ ਜਾਂਦੀ ਹੈ। ਵੈਲਡਿੰਗ ਜੁਆਇੰਟ ਵਾਲੀ ਜੌਬ ਉੱਪਰ ਸਪੈਕਟਰ, ਜਿਵੇਂ ਜਦੋਂ ਅਸੀਂ ਵੈਲਡਿੰਗ ਕਰਦੇ ਹਾਂ ਉਸ ਦੇ ਉੱਪਰ ਚੰਗਾਰੀਆਂ ਨਾਲ ਡਿੱਗ ਕੇ ਸਪੈਕਟਰ ਵਗੈਰਾ ਵੀ ਆ ਜਾਂਦੇ ਹਨ ਅਤੇ ਉਸ ਦੇ ਉੱਪਰ ਵੈਲਡਿੰਗ ਹੋਣ ਤੋਂ ਬਾਅਦ ਜੋ ਸਲੈਗ ਜੰਮ ਜਾਂਦੀ ਹੈ ਜਾਂ ਵਿੱਚ ਫਸ ਜਾਂਦੀ ਹੈ ਤਾਂ ਅਸੀਂ ਉਸ ਦੇ ਲਈ ਇਸ ਦੀ ਵਰਤੋਂ ਕਰਦੇ ਹਾਂ। ਇਹ ਮੀਡੀਅਮ ਕਾਰਬਨ ਸਟੀਲ ਦੀ ਬਣੀ ਹੁੰਦੀ ਹੈ। ਇਸ ਦੇ ਦੋਨੇ ਸਿਰੇ ਚਿਜ਼ਲ ਦੀ ਤਰ੍ਹਾਂ, ਜਿਵੇਂ ਛੈਣੀ ਹੁੰਦੀ ਹੈ, ਛੈਣੀ ਦੀ ਤਰ੍ਹਾਂ ਤੇਜ਼ ਹੁੰਦੇ ਹਨ ਤਾਂ ਕਿ ਜਦੋਂ ਅਸੀਂ ਉਸ ਦੀ ਜੌਬ ਦੀ ਚਿਪਿੰਗ ਕਰਾਂਗੇ ਤਾਂ ਉਹ ਸਲੈਗ ਨੂੰ ਕਿਸੇ ਵੀ ਪੋਜੀਸ਼ਨ ਵਿੱਚੋਂ ਸਹੀ ਤਰ੍ਹਾਂ ਉਤਾਰਿਆ ਜਾਵੇ। ਉਹ ਕਿਸੇ ਪਾਸਿਓਂ ਵੀ 2 ਤਰ੍ਹਾਂ ਦੇ ਸਿਰੇ ਹੁੰਦੇ ਹਨ, ਚਿਜ਼ਲ ਦੀ ਤਰ੍ਹਾਂ ਉਸ ਦੇ ਤੇਜ਼ ਹੁੰਦੇ ਹਨ। ਉਹ ਕਿਸੇ ਵੀ ਸਾਈਡ ਦੇ ਵਿੱਚੋਂ ਉਸ ਨੂੰ ਸਲੈਗ ਨੂੰ ਪੁੱਟ ਕੇ ਉਹ ਕੱਢ ਲੈਂਦੀ ਹੈ। ਕਿਹਾ ਗਿਆ ਇਲੈਕਟ੍ਰੋਡ ਹੋਲ। ਵੈਲਡਿੰਗ ਦੇ ਵਿੱਚ ਸਭ ਤੋਂ ਮਹੱਤਵਪੂਰਨ ਜੋ ਹੈ ਇਹ ਵੈਲਡਿੰਗ ਹੋਲਡਰ ਹੁੰਦਾ ਹੈ। ਇਸ ਦੀ ਵਰਤੋਂ ਅਸੀਂ ਵੈਲਡਿੰਗ ਰਾਡ ਨੂੰ ਪਕੜਨ ਦੇ ਲਈ ਕਰਦੇ ਹਾਂ। ਇਹਦੇ ਉੱਪਰ ਇੱਕ ਇੰਸੂਲੇਟਰ ਦਾ ਹੋਲਡਰ ਲੱਗਿਆ ਹੁੰਦਾ ਹੈ। ਇਸ ਦੇ ਜਾਜੂ ਤਾਂਬੇ ਦੇ ਬਣੇ ਹੁੰਦੇ ਹਨ। ਇਹ ਸਪਰਿੰਗ ਜਾਂ ਸਕਰੂ ਟੈਪ ਹੁੰਦੇ ਹਨ। ਇਲੈਕਟ੍ਰੋਡ ਨੂੰ ਅਸੀਂ ਇਸ ਲਈ ਵਰਤਦੇ ਹਾਂ ਕਿ ਇਸ ਦਾ ਕਨੈਕਸ਼ਨ ਵੈਲਡਿੰਗ ਮਸ਼ੀਨ ਤੋਂ ਕੇਬਲ ਤਾਰ ਦੇ ਰਾਹੀਂ ਇਸ ਇਲੈਕਟ੍ਰੋਡ ਹੋਲਡਰ ਨੂੰ ਜਾਂਦਾ ਹੈ ਅਤੇ ਇਸ ਦੇ ਜਾਹ ਦੇ ਵਿੱਚ ਅਸੀਂ ਇਲੈਕਟ੍ਰੋਡ ਨੂੰ ਫੜਦੇ ਹਾਂ ਅਤੇ ਅੱਗੇ ਜੌਬ ਦੇ ਉੱਪਰ ਵੈਲਡਿੰਗ ਕਰਦੇ ਹਾਂ। ਇਹ ਜਿਹੜੇ ਜਾਹ ਹੁੰਦੇ ਹਨ, ਬਾਕੀ ਹੈਂਡਲ ਜੋ ਇਸ ਦਾ ਹੁੰਦਾ ਹੈ ਉਹ ਸਾਰਾ ਇਨਸੂਲੇਟਡ ਹੁੰਦਾ ਹੈ। ਸਿਰਫ ਜਿੱਥੇ ਆਪਾਂ ਇਲੈਕਟ੍ਰੋਡ ਫਿੱਟ ਕਰਦੇ ਹਾਂ ਉੱਥੇ ਹੀ ਨੰਗਾ ਹੁੰਦਾ ਹੈ। ਇਹ ਵਿਸ਼ੇਸ਼ ਤਰ੍ਹਾਂ ਦੇ ਕਲੰਪ ਹੁੰਦੇ ਹਨ। ਜਦੋਂ ਵੈਲਡਿੰਗ ਕਰੰਟ ਹੈਂਡਲ ਇਲੈਕਟ੍ਰੋਡ ਨੂੰ ਦਿੱਤਾ ਜਾਂਦਾ ਹੈ ਤਾਂ ਇਹਨਾਂ ਨੂੰ ਸਪਰਿੰਗ ਜਾਂ ਸਕਰੂ ਨਾਲ ਅਸੀਂ ਇਸ ਨੂੰ ਕੱਸ ਦਿੰਦੇ ਹਾਂ, ਜੋ ਕੇਬਲ ਤਾਰੇ ਦੇ ਵਿੱਚ ਫਿੱਟ ਕਰਕੇ ਅਸੀਂ ਉਸ ਦੇ ਨਾਲ ਇਸ ਨੂੰ ਉਸ ਦੇ ਵਿੱਚ ਕੱਸ ਦਿੰਦੇ ਹਾਂ ਅਤੇ ਇਸ ਦੇ ਅੱਗੇ ਅਸੀਂ ਇਲੈਕਟ੍ਰੋਡ ਨੂੰ ਫਿੱਟ ਕਰਦੇ ਹਾਂ। ਉਸ ਦੇ ਅੱਗੇ ਜਾ ਕੇ ਤਾਂ ਉਸ ਨੂੰ ਅਸੀਂ ਇਲੈਕਟ੍ਰੋਡ ਜੋ ਜਾਬ ਦੇ ਉੱਪਰ ਅਸੀਂ ਚਲਾਉਂਦੇ ਹਾਂ, ਜੋ ਜਾਬ ਪਹਿਲਾਂ ਦੂਸਰੀ ਸਾਈਡ ਤੋਂ ਅਰਥ ਕੀਤੀ ਹੁੰਦੀ ਹੈ। ਇਹ ਅਲੱਗ-ਅਲੱਗ ਆਕਾਰਾਂ ਵਿੱਚ ਮਿਲਦੇ ਹਨ, ਕਰੰਟ ਦੇ ਆਧਾਰ ਤੇ ਅਲੱਗ ਮਿਲਦੇ ਹਨ, ਜਿਵੇਂ ਕਿ 200 ਐਂਪੀਅਰ ਅਤੇ 300 ਐਂਪੀਅਰ ਅਤੇ 500 ਐਂਪੀਅਰ ਦੇ ਵਿੱਚ। ਅਤੇ ਇਸ ਦੀ ਚੋਣ ਅਸੀਂ ਇਹਨਾਂ ਗੱਲਾਂ ਦੇ ਆਧਾਰ ਤੇ ਕਰਦੇ ਹਾਂ। ਇਹ ਹਰ ਪ੍ਰਕਾਰ ਦੀ ਇਲੈਕਟ੍ਰੋਡ ਨੂੰ ਪਕੜਨ ਯੋਗ ਹੋਣਾ ਚਾਹੀਦਾ ਹੈ। ਜਿਵੇਂ ਕਿ ਜੇ ਇਲੈਕਟ੍ਰੋਡ ਦੇ ਜਾਹ ਹਲਦੇ ਹਨ, ਬਲੇਡ ਇਲੈਕਟ੍ਰੋਡ ਇੱਧਰ ਉੱਧਰ ਹੁੰਦਾ ਜਾਵੇਗਾ ਤਾਂ ਕੀ ਹੋਵੇਗਾ, ਤਾਂ ਸਾਡੀ ਵੈਲਡਿੰਗ ਸਹੀ ਨਹੀਂ ਹੋਵੇਗੀ, ਸਪਾਰਕ ਵੱਜਦੀ ਰਹੇਗੀ। ਇਲੈਕਟ੍ਰੋਡ ਜੋ ਵੈਲਡਿੰਗ ਦੀ ਬੀਡ ਲਗਾਉਣੀ ਹੈ ਤਾਂ ਉਹ ਇੱਧਰ ਉੱਧਰ ਨੂੰ ਚੱਲਦੀ ਜਾਵੇਗੀ, ਸਾਡੀ ਵੈਲਡਿੰਗ ਸਹੀ ਨਹੀਂ ਹੋਊਗੀ। ਇਸ ਦਾ
ਭਾਰ ਘੱਟ ਹੋਣਾ ਚਾਹੀਦਾ ਹੈ ਤਾਂ ਕਿ ਪ੍ਰਯੋਗ ਕਰਦੇ ਸਮੇਂ ਥਕਾਵਟ ਮਹਿਸੂਸ ਨਾ ਕਰ ਸਕੇ। ਇਹ ਮਤਲਬ ਕਿ ਹੌਲਾ ਵੀ ਹੋਣਾ ਚਾਹੀਦਾ, ਜਿਵੇਂ ਫੜਨ ਦੇ ਵਿੱਚ ਆਸਾਨੀ, ਇਹ ਜ਼ਿਆਦਾ ਮੋਟਾ ਜਾਂ ਪਤਲਾ ਵੀ ਨਹੀਂ ਹੋਣਾ ਚਾਹੀਦਾ। ਇਹ ਜੋ ਹੱਥ ਦੇ ਮੁਤਾਬਕ ਇਸ ਨੂੰ ਆਪਦੇ ਉਸਦੇ ਸਹੀ ਹੋਣਾ ਚਾਹੀਏ ਤਾਂ ਕਿ ਇਸ ਦੀ ਬੈਲੈਂਸ ਸਹੀ ਬਣੀ ਰਹੇ, ਇਸ ਦੀ ਬੈਲੈਂਸ ਪੂਰੀ ਸਹੀ ਹੋਣੀ ਚਾਹੀਦੀ ਹੈ। ਤੇ ਜਦੋਂ ਅਸੀਂ ਇਲੈਕਟ੍ਰੋਡ, ਇਸ ਦੇ ਵਿੱਚ ਇਲੈਕਟ੍ਰੋਡ ਵਰਤਦੇ ਹਾਂ ਤਾਂ ਵੀ ਇਹਦੇ ਵਿੱਚ ਇਲੈਕਟ੍ਰੋਡ ਆਸਾਨੀ ਨਾਲ ਬਦਲੇ ਜਾ, ਜਦੋਂ ਅਸੀਂ ਇਸ ਨੂੰ ਗ੍ਰਿਪ ਕਰਕੇ ਦਬਦੇ ਹਾਂ ਰਾਡ ਇਲੈਕਟ੍ਰੋਡ ਪਾਉਣ ਦੇ ਲਈ, ਤਾਂ ਕੀ ਹੁੰਦਾ ਹੈ ਕਿ ਇਹ ਜ਼ਿਆਦਾ ਜ਼ੋਰ ਲਵਾਉਂਦੇ ਹਨ। ਤੋਂ ਜ਼ਿਆਦਾ ਜ਼ੋਰ ਲਵਾਉਣ ਨਾਲ ਉਹ ਵੀ ਨਹੀਂ ਹੋਣਾ ਚਾਹੀਦਾ ਤੇ ਜ਼ਿਆਦਾ ਨਹੀਂ ਹੋਣੇ ਚਾਹੀਦੇ, ਤੇ ਮਤਲਬ ਕਿ ਆਸਾਨੀ ਦੇ ਨਾਲ ਹੀ ਇਲੈਕਟ੍ਰੋਡ ਇੱਕ ਹੱਥ ਨਾਲ ਫੜਿਆ ਅਤੇ ਦੂਸਰੇ ਹੱਥ ਨਾਲ ਉਦੋਂ ਦੱਬਿਆ ਤੇ ਉਸਦੇ ਵਿੱਚ ਫਿੱਟ ਕੀਤਾ ਹੋਣਾ ਚਾਹੀਦਾ ਹੈ। ਅਤੇ ਇਲੈਕਟ੍ਰੋਡ ਕੇਬਲ ਦਾ ਜਿਹੜਾ ਇਸ ਨਾਲ ਜੋੜ ਹੈ ਉਹ ਵੀ ਬੜਾ ਮਜ਼ਬੂਤ ਲਾਉਣਾ ਚਾਹੀਦਾ। ਕਈ ਵਾਰੀ ਨਾ ਢਿੱਲਾ ਰਹਿ ਗਿਆ ਤਾਂ ਵੀ ਉੱਥੋਂ ਕਰੰਟ ਮਾਰੂਗਾ, ਸਵਾਰਕ ਵਗੈਰਾ ਉਹ ਕਰ ਸਕਦਾ ਹੈ। ਜਿਵੇਂ ਇਹਨੂੰ ਹੁਣ ਵਰਤਦੇ ਸਮੇਂ, ਜਿਵੇਂ ਇਲੈਕਟ੍ਰੋਡ ਦੇ ਜਵਾੜੇ ਕਹਿੰਦੇ ਆਪਾਂ, ਜਿੱਥੇ ਇਲੈਕਟ੍ਰੋਡ ਪੈਂਦਾ ਉਹ ਇੰਸੂਲੇਟਡ ਨਹੀਂ ਹੁੰਦੇ, ਉਹਨਾਂ ਨੂੰ ਜਾਬਤੇ ਨਹੀਂ ਰੱਖਣਾ ਚਾਹੀਦਾ। ਕਈ ਵਾਰੀ ਕੀ ਹੁੰਦਾ ਵੀ ਵੈਲਡਿੰਗ ਦੇ ਉੱਤੇ ਇਸੇ ਤਰ੍ਹਾਂ ਟੇਬਲ ਤੇ ਰੱਖਤਾ ਉਹ ਨੰਗੇ ਹੁੰਦੇ ਹਨ ਤੇ ਉਹ ਉਸਦੀ ਜੋ ਸਪਾਰਕਿੰਗ ਹੋ ਜਾਂਦੀ ਹੈ ਤਾਂ ਉਸ ਦੇ ਨਾਲ ਉਹ ਸ਼ਾਰਟ ਸਰਕਟ ਹੋ ਜਾਂਦਾ ਹੈ ਤੇ ਮਸ਼ੀਨ ਤੇ ਉਹਦਾ ਲੋਡ ਪੈ ਜਾਂਦਾ ਤੇ ਉਹ ਉਸਦਾ ਇਹਦੇ ਨਾਲ ਨੁਕਸਾਨ ਹੁੰਦਾ ਹੈ। ਅਰਥ ਕਲੰਪ, ਅਰਥ ਕਲੰਪ ਇਸ ਨੂੰ ਗਰਾਊਂਡ ਕਲੰਪ ਵੀ ਕਹਿੰਦੇ ਹਨ। ਇਸ ਦੀ ਵਰਤੋਂ ਕੇਬਲ ਨੂੰ ਇਸ ਦੀ ਵਰਤੋਂ ਅਸੀਂ ਵੈਲਡਿੰਗ ਜੌਬ ਜਾਂ ਵੈਲਡਿੰਗ ਟੇਬਲ ਨੂੰ ਜੋੜਨ ਦੇ ਲਈ ਕਰਦੇ ਹਾਂ। ਇਸ ਦੇ ਨਾਲ ਅਰਥ ਕਲੰਪ ਦੇ ਨਾਲ ਅਸੀਂ ਇਸ ਨੂੰ ਵੈਲਡਿੰਗ ਟੇਬਲ ਦੇ ਉੱਪਰ ਵੀ ਵਰਤਦੇ ਹਾਂ, ਜੋੜਦੇ ਹਾਂ ਨਾਲ, ਅਤੇ ਉਚਿਤ ਵੈਲਡਿੰਗ ਦੇ ਲਈ ਚੰਗੇ ਗਰਾਊਂਡ ਕਲੈਂਪ ਜਾਂ ਅਰਥ ਕਲੰਪ ਦਾ ਹੋਣਾ ਜ਼ਰੂਰੀ ਹੈ। ਇਹ ਅਰਥ ਕਲੈਂਪ ਤਾਂਬੇ ਜਾਂ ਤਾਂਬੇ ਦੇ ਅਲਾਏ ਦੇ ਹੋਣੇ ਚਾਹੀਦੇ ਹਨ। ਇਹ ਵੀ ਕਰੰਟ ਦੇ ਆਧਾਰ ਤੇ ਬਣਾਏ ਜਾਂਦੇ ਹਨ, ਜਿਵੇਂ 200 ਐਂਪੀਅਰ, 300 ਐਂਪੀਅਰ, 500 ਐਂਪੀਅਰ। ਅਤੇ ਕੇਬਲ ਨੂੰ ਅਰਥ ਦੇ ਨਾਲ ਜੋੜਨ ਦੇ ਲਈ ਅਸੀਂ ਇਹਦੇ ਵਿੱਚ ਇੱਕ ਲਿਊਜ਼ ਦੀ ਵਰਤੋਂ ਕਰਦੇ ਹਾਂ। ਉਹ ਜਿਹੜੇ ਲਿਊਜ਼ ਹੁੰਦੇ ਹਨ ਉਹ ਛੋਟੇ ਛੋਟੇ ਉਹ ਹੁੰਦੇ ਹਨ, ਉਸ ਦੇ ਨਾਲ ਉਸਦੇ ਇੱਕ ਪਾਸੇ ਬੋਲਟ ਕੱਸਿਆ ਜਾਂਦਾ ਹੈ ਜੋ ਅਰਥ ਕਲੰਪ ਦੇ ਨਾਲ ਨਟ ਰਾਹੀਂ ਕੱਸਿਆ ਜਾਂਦਾ ਹੈ ਅਤੇ ਕੇਬਲ ਨੂੰ ਸਿੰਬਲ ਦੇ ਰਾਹੀਂ ਜੋ ਵੈਲਡਿੰਗ ਸੈੱਟ ਦੇ ਵਿੱਚੋਂ ਅਰਥ ਪੁਆਇੰਟ ਦੀ ਕੇਬਲ ਆਉਂਦੀ ਹੈ ਤਾਂ ਅਸੀਂ ਉਸ ਦੇ ਨਾਲ ਉਸ ਨੂੰ ਜੋੜਦੇ ਹਾਂ। ਇਹ ਪਿੱਤਲ ਦੇ ਬਣੇ ਹੁੰਦੇ ਹਨ। ਇਹ ਅਲੱਗ-ਅਲੱਗ ਆਕਾਰ ਦੇ ਵੀ ਆਉਂਦੇ ਹਨ ਅਤੇ ਇਹਨਾਂ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਤਾਰਾਂ ਵੀ ਜੋੜੀਆਂ ਜਾਂਦੀਆਂ ਹਨ। ਵੈਲਡਿੰਗ ਸਕਰੀਨ, ਵੈਲਡਿੰਗ ਸਕਰੀਨ ਅਤੇ ਹੈਲਮਟ ਇਹ ਵੈਲਡਿੰਗ ਦੇ ਵੀ ਮਹੱਤਵਪੂਰਨ ਪਾਰਟ ਹਨ। ਜਦੋਂ ਅਸੀਂ ਵੈਲਡਿੰਗ ਕਰਦੇ ਹਾਂ ਤਾਂ ਸਾਡੀਆਂ ਅੱਖਾਂ ਦੇ ਉੱਤੇ ਜੋ ਆਰਕ ਪੈਂਦੀ ਹੈ, ਉਸ ਦੇ ਨਾਲ ਵੈਲਡਿੰਗ ਦੀ ਆਰਕ ਬਣਦੀ ਹੈ, ਉਹ ਸਾਡੀਆਂ ਅੱਖਾਂ ਅਤੇ ਚਿਹਰਿਆਂ ਦੇ ਉੱਤੇ ਤਾਂ ਸਿੱਧਾ ਅਸਰ ਕਰਦੀ ਹੈ। ਉਸ ਦੇ ਵਿੱਚੋਂ ਜੋ ਤੇਜ਼ ਰੋਸ਼ਨੀ ਨਿਕਲਦੀ ਹੈ ਉਸ ਉਹ ਸਾਨੂੰ ਜੋ ਕਿ ਦੇਖਣ ਵੀ, ਜੇ ਸਿੱਧੀ ਅੱਖ ਨਾਲ ਦੇਖਾਂਗੇ ਤਾਂ ਉਸ ਦੇ ਵਿੱਚੋਂ ਕੀ ਹੁੰਦਾ, ਉਸ ਦੇ ਵਿੱਚੋਂ ਅਲਟਰਾਵਾਇਲਟ ਅਤੇ ਇਨਫਰਾਰੈਡ ਕਿਰਨਾਂ ਹਨ ਜੋ ਕਿ ਸਾਡੀਆਂ ਅੱਖਾਂ ਅਤੇ ਚਮੜੀ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ ਅਤੇ ਇਹਨਾਂ 15 ਮੀਟਰ ਤੱਕ ਨੰਗੀਆਂ ਅੱਖਾਂ ਨਾਲ ਦੇਖਣਾ ਠੀਕ ਨਹੀਂ ਹੁੰਦਾ। ਆਰਕ ਵੈਲਡਿੰਗ ਨੂੰ ਜੇ ਦੇਖਦੇ ਹਾਂ ਤਾਂ ਇਹ ਠੀਕ ਨਹੀਂ ਹੁੰਦਾ। ਇਸ ਦੇ ਲਈ ਅਸੀਂ ਵੈਲਡਿੰਗ ਸਕਰੀਨ ਜਾਂ ਹੈਲਮਟ ਦਾ ਪ੍ਰਯੋਗ ਕਰਦੇ ਹਾਂ। ਜੋ ਹੈਂਡ ਸਕਰੀਨ ਨੂੰ ਅਸੀਂ ਹੱਥ ਵਿੱਚ ਫੜ ਕੇ ਇਸ ਦਾ ਪ੍ਰਯੋਗ ਕਰਦੇ ਹਾਂ। ਇੱਕ ਹੱਥ ਨਾਲ ਸਾਡੀ ਸਕਰੀਨ ਨੂੰ ਫੜ ਕੇ ਚਿਹਰੇ ਦੇ ਮੂਹਰੇ
ਅਸੀਂ ਰੱਖਦੇ ਹਾਂ ਤੇ ਦੂਸਰੇ ਹੱਥ ਨਾਲ ਅਸੀਂ ਵੈਲਡਿੰਗ ਕਰਦੇ ਹਾਂ ਤਾਂ ਕਿ ਸਾਡੇ ਸਰੀਰ ਦੀ ਅੱਖਾਂ ਅਤੇ ਚਿਹਰੇ ਦੀ ਵਰਤੋਂ ਅੱਖਾਂ ਅਤੇ ਚਿਹਰੇ ਦੀ ਬਚਤ ਹੋ ਸਕੇ। ਅਤੇ ਜਦੋਂ ਹੈਲਮਟ ਨੂੰ ਵਰਤਿਆ ਇਸ ਦੇ ਨਾਲ ਸਾਰਾ ਸਰੀਰ ਢਕਿਆ ਜਾਂਦਾ ਹੈ। ਇਹ ਚਮੜੀ ਅਤੇ ਅੱਖਾਂ ਨੂੰ ਵੈਲਡਿੰਗ ਦੀ ਦੋਨੋਂ ਤਰ੍ਹਾਂ ਹੀ ਬਚਾਉਂਦਾ ਹੈ। ਹੱਥ ਵੈਲਡਿੰਗ ਸਕਰੀਨ ਫਿੱਕੇ ਰੰਗ ਅਤੇ ਹਲਕੇ ਮਟੀਰੀਅਲ ਦੀ ਬਣਾਈ ਜਾਂਦੀ ਹੈ। ਇਸ ਵਿੱਚ ਰੰਗਦਾਰ ਸ਼ੀਸ਼ਾ ਦੇ ਨਾਲ ਦੋਨੇ ਪਾਸੇ ਪਲੇਨ ਗਲਾਸ ਲਗਾਏ ਜਾਂਦੇ ਹਨ ਤਾਂ ਕਿ ਆਰਕ ਅਤੇ ਪਿਘਲੀ ਧਾਤ ਨੂੰ ਵੈਲਡਿੰਗ ਕਰਦੇ ਸਮੇਂ ਵੇਖਿਆ ਜਾ ਸਕੇ। ਪਲੇਨ ਗਲਾਸ ਅਸੀਂ ਇਸ ਲਈ ਦੋਨੇ ਪਾਸੇ ਵਰਤਦੇ ਹਾਂ ਤਾਂ ਕਿ ਰੰਗਦਾਰ ਸ਼ੀਸ਼ਾ ਜੋ ਵਿੱਚ ਜਿਸ ਦੇ ਨਾਲ ਅਸੀਂ ਉਹ ਆਰਕ ਵੇਖਦੇ ਹਾਂ ਉਸ ਸ਼ੀਸ਼ੇ ਨੂੰ ਬਚਾਉਣ ਦੇ ਲਈ, ਜਿਵੇਂ ਕਿ ਜਦੋਂ ਵੈਲਡਿੰਗ ਕਰਦੇ ਹਾਂ ਤਾਂ ਸਪੈਕਟਰ ਵਗੈਰਾ ਪੈਂਦੇ ਰਹਿੰਦੇ ਹਨ, ਤਾਂ ਉਸ ਨੂੰ ਬਚਾਉਣ ਦੇ ਲਈ ਅਸੀਂ ਉਹ ਵਾਈਟ ਸ਼ੀਸ਼ੇ ਦੋਨੋਂ ਪਾਸੇ ਫਿੱਟ ਕਰਦੇ ਹਾਂ ਤਾਂ ਕਿ ਸਾਡਾ ਜੋ ਰੰਗਦਾਰ ਸ਼ੀਸ਼ਾ ਹੈ, ਜੋ ਵੈਲਡਿੰਗ ਸਕਰੀਨ ਦੇ ਤੌਰ ਤੇ ਵਰਤਿਆ ਜਾਂਦਾ ਹੈ, ਉਹ ਜੋ ਸਾਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦਾ ਹੈ, ਉਸ ਦੀ ਸੇਫਟੀ ਹੋ ਜਾਂਦੀ ਹੈ। ਰੰਗਦਾਰ ਫਿਲਟਰ ਗਲਾਸ ਵੱਖ-ਵੱਖ ਸ਼ੇਡ ਵਿੱਚ ਕਰੰਟ ਦੀ ਰੇਂਜ ਵਿੱਚ ਮਿਲਦੇ ਹਨ। ਇਹਨਾਂ ਦੇ ਨੰਬਰ ਅਲੱਗ-ਅਲੱਗ ਹੁੰਦੇ ਹਨ ਅਤੇ ਅਲੱਗ-ਅਲੱਗ ਰੇਂਜ ਹੁੰਦੀ ਹੈ। ਐਨਕਾਂ ਇਹਨਾਂ ਨੂੰ ਚਿਪਿੰਗ ਗੋਗਲ ਵੀ ਕਹਿੰਦੇ ਹਨ। ਇਹ ਸਾਫ਼ ਸ਼ੀਸ਼ਿਆਂ ਦੀਆਂ ਬਣੀਆਂ ਹੁੰਦੀਆਂ ਹਨ। ਇਹਨਾਂ ਦੀ ਵਰਤੋਂ ਚਿਪਿੰਗ ਅਤੇ ਗ੍ਰਾਈਂਡਿੰਗ ਕਰਦੇ ਸਮੇਂ ਅੱਖਾਂ ਦੀ ਸੁਰੱਖਿਆ ਲਈ ਕੀਤੀ ਜਾਂਦੀ ਹੈ। ਇਸ ਦਾ ਫਰੇਮ ਬੈਕਾਲਾਈਟ ਦਾ ਹੁੰਦਾ ਹੈ ਜਿਸ ਵਿੱਚ ਸ਼ੀਸ਼ਾ ਫਿੱਟ ਹੁੰਦਾ ਹੈ। ਇਸ ਨੂੰ ਸਿਰ ਤੇ ਫਿੱਟ ਕਰਨ ਦੇ ਲਈ ਇਸ ਵਿੱਚ ਇਲਾਸਟਿਕ ਬੈਂਡ ਲੱਗੀ ਹੁੰਦੀ ਹੈ। ਇਹ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤੀ ਹੁੰਦੀ ਹੈ ਕਿ ਇਸ ਵਿੱਚੋਂ ਹਵਾ ਆ ਸਕੇ ਅਤੇ ਇਹ ਸਾਰੇ ਪਾਸਿਆਂ ਤੋਂ ਸੁਰੱਖਿਅਤ ਹੁੰਦੀ ਹੈ। ਐਨਕ ਦੀ ਵਰਤੋਂ ਚਿਪਿੰਗ ਕਰਦੇ ਸਮੇਂ ਕੀਤੀ ਜਾਂਦੀ ਹੈ ਤੇ ਅੱਖਾਂ ਜੋ ਸਪੈਕਟਰ ਵਗੈਰਾ ਦੇ ਲੱਗਣਾ ਜਾਂ ਗ੍ਰਾਈਂਡਿੰਗ ਕਰਦੇ ਵੇਲੇ ਤਾਂ ਕਿ ਉਹ ਸਾਡੀਆਂ ਲੱਗਣ ਤੇ ਬਚਤ ਕਰ ਸਕਣ। ਅਗਿਆ ਸੇਫਟੀ ਇਕਵਿਪਮੈਂਟ ਸੇਫਟੀ ਦੇ ਲਈ ਸਾਨੂੰ ਆਪਣੇ ਸਾਰੇ ਸਰੀਰ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਲਈ ਅਸੀਂ ਐਪਰਨ, ਗਲਵਸ, ਲੈਦਰ ਸ਼ੂਜ਼, ਹੈਂਡ ਸਲੀਵ ਵਗੈਰਾ ਵਰਤਦੇ ਹਾਂ। ਜਿਵੇਂ ਕਿ ਦਸਤਾਨੇ ਹੋ ਗਿਆ, ਲੈਗ ਗਾਰਡ ਹੋ ਗਏ। ਵੈਲਡਿੰਗ ਕਰਦੇ ਸਮੇਂ ਅਸੀਂ ਆਪਣੇ ਸਰੀਰ ਦੀ ਸੁਰੱਖਿਆ ਦੇ ਲਈ ਚਮੜੇ ਦੇ ਬਣੇ ਹੋਏ ਦਸਤਾਨੇ, ਹੱਥਾਂ ਦੇ ਲਈ ਐਪਰਨ, ਛਾਤੀ ਦੇ ਲਈ ਅਤੇ ਲੈਗ ਗਾਰਡ ਲੱਤਾਂ ਦੇ ਲਈ ਪ੍ਰਯੋਗ ਕੀਤੇ ਜਾਂਦੇ ਹਨ ਅਤੇ ਸਲੀਬਾਂ ਬਾਹਾਂ ਦੇ ਲਈ ਪ੍ਰਯੋਗ ਕੀਤੀਆਂ ਹਨ। ਇਹਨਾਂ ਵਸਤਾਂ ਵੈਲਡਿੰਗ ਕਰਦੇ ਸਮੇਂ ਉੱਡਦੀਆਂ ਹੋਈਆਂ ਚੰਗਾੜੀਆਂ, ਫਲੈਸ਼, ਹੀਟ ਸਪੈਕਟਰ ਤੋਂ ਬਚਾਅ ਕਰਦੀਆਂ ਹਨ। ਇਹਨਾਂ ਵਿੱਚ ਐਪਰਨ ਦੀ ਵਰਤੋਂ ਵੈਲਡਰ ਦੀ ਸੁਰੱਖਿਆ ਦੇ ਲਈ ਪ੍ਰਯੋਗ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦਸਤਾਨਿਆਂ ਦੀ ਵਰਤੋਂ ਵੈਲਡਿੰਗ ਕਰਦੇ ਸਮੇਂ ਹੱਥਾਂ ਦੀ ਸੁਰੱਖਿਆ ਲਈ ਕੀਤੀ ਜਾਂਦੀ ਹੈ। ਇਸ ਦੇ ਉੱਪਰ ਸਪੈਕਟਰ ਵਗੈਰਾ ਵੀ ਨਾ ਲੱਗਣ ਵੈਲਡਿੰਗ ਕਰਦੇ ਸਮੇਂ ਅਤੇ ਕਰੰਟ ਆਦਿ ਨਾ ਲੱਗ ਸਕੇ ਤਾਂ ਇਸ ਦੀ ਵਰਤੋਂ ਕਰਦੇ ਹਨ। ਦਸਤਾਨਿਆਂ ਨੂੰ ਕਦੇ ਵੀ ਗਰਮ ਹੱਥਾਂ ਨਾਲ ਨਹੀਂ ਚੁੱਕਣਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਚਮੜਾ ਕਰੜਾ ਹੋ ਜਾਂਦਾ ਹੈ ਅਤੇ ਕਠਿਨ ਹੋ ਜਾਂਦੇ ਹਨ। ਸਲੀਵਜ਼ ਬਾਹਾਂ ਦੇ ਵਿੱਚ ਪਾਈਆਂ ਜਾਂਦੀਆਂ ਹਨ ਤਾਂ ਕਿ ਸਪੈਕਟਰ ਵਗੈਰਾ ਆਦਿ ਨਾ ਲੱਗ ਸਕਣ। ਲੱਤਾਂ ਦੀ ਸੁਰੱਖਿਆ ਦੇ ਲਈ ਲੈਗ ਗਾਰਡ ਵਰਤੇ ਜਾਂਦੇ ਹਨ ਅਤੇ ਪੈਰਾਂ ਦੇ ਲਈ ਚਮੜੇ ਦੇ ਜੁੱਤੇ ਅਤੇ ਸਿਰ ਦੇ ਲਈ
ਚਮੜੇ ਦੀ ਬਣੀ ਟੋਪੀ ਵਗੈਰਾ ਵਰਤੀ ਜਾਂਦੀ ਹੈ। ਵੈਲਡਿੰਗ ਬੂਥ, ਵੈਲਡਿੰਗ ਬੂਥ ਇਹ ਵੈਲਡਿੰਗ ਕਰਨ ਦਾ ਇੱਕ ਛੋਟਾ ਜਿਹਾ ਕਮਰਾ ਹੁੰਦਾ ਹੈ, ਜਿਸ ਦੀ ਵਰਤੋਂ ਵਰਕਸ਼ਾਪ ਵਿੱਚ ਕੰਮ ਕਰ ਰਹੇ ਹੋਰ ਵਰਕਰਾਂ ਨੂੰ ਆਰਕ ਦੀ ਤੇਜ਼ ਅਤੇ ਅੱਖਾਂ ਦੇ ਲਈ ਹਾਨੀਕਾਰਕ ਰੋਸ਼ਨੀ ਤੋਂ ਬਚਾਉਣ ਦੇ ਲਈ ਕੀਤੀ ਜਾਂਦੀ ਹੈ। ਇਸ ਦਾ ਅੰਦਰ ਦਾ ਖੇਤਰਫਲ ਘੱਟ ਤੋਂ ਘੱਟ 3 ਤੋਂ 4 ਵਰਗ ਮੀਟਰ ਹੋਣਾ ਚਾਹੀਦਾ ਹੈ। ਵੈਲਡਿੰਗ ਬੂਥ ਵਿੱਚ ਵੈਲਡਿੰਗ ਟੇਬਲ, ਸਟੂਲ, ਐਗਜ਼ਾਸਟ ਹੁੱਡ ਅਤੇ ਰੋਸ਼ਨੀ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਇਸ ਦੀਆਂ ਦੀਵਾਰਾਂ ਤੇ ਪੀਲਾ ਜਾਂ ਪੇਂਟ ਹੋਣਾ ਚਾਹੀਦਾ ਹੈ ਤਾਂ ਕਿ ਇਹ ਆਰਕ ਲਾਈਟਾਂ ਦੀਆਂ ਕਿਰਨਾਂ ਤੋਂ ਪ੍ਰਭਾਵਿਤ ਹੋ ਕੇ ਵੈਲਡਿੰਗ ਦੀਆਂ ਅੱਖਾਂ ਤੇ ਬੁਰਾ ਅਸਰ ਨਾ ਪਾਵੇ, ਜੋ ਕਿ ਬਾਹਰ ਕੰਮ ਕਰ ਰਹੇ ਹਨ ਵੈਲਡਿੰਗ ਦੇ ਵਰਕਸ਼ਾਪ ਦੇ ਵਿੱਚ, ਉਹਨਾਂ ਦੇ ਉੱਪਰ ਇਸ ਦਾ ਕੋਈ ਉਹ ਨਾ ਹੋਵੇ। ਇਹ ਫਾਈਬਰ ਜਾਂ ਚਾਦਰ ਦੇ ਵੀ ਬਣਾਏ ਜਾਂਦੇ ਹਨ। ਇਹਨਾਂ ਦਾ ਰੰਗ ਕਾਲਾ ਹੁੰਦਾ ਹੈ। ਇਹਨਾਂ ਦੇ ਵਿੱਚ ਇੱਕ ਵੈਲਡਿੰਗ ਟੇਬਲ ਵੀ ਫਿੱਟ ਕੀਤਾ ਹੁੰਦਾ ਹੈ। ਇਹ ਹੈ ਜੀ ਵੈਲਡਿੰਗ ਟੇਬਲ। ਇਹ ਛੋਟੀ ਛੋਟੀ ਜਾਬ ਦੀ ਵੈਲਡਿੰਗ ਕਰਦੇ ਸਮੇਂ ਇਸ ਨੂੰ ਸਹੀ ਸੈੱਟ ਕਰਨ ਦੇ ਲਈ ਮੇਜ਼ ਦੀ ਸਤ੍ਹਾ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀਆਂ ਟੰਗਾਂ ਫਰੇਮ ਐਂਗਲ ਆਇਰਨ ਪਾਈਪ ਦਾ ਅਤੇ ਟਾਪ ਲੋਹੇ ਦੀ ਮੋਟੀ ਪਲੇਟ ਦਾ ਬਣਿਆ ਹੁੰਦਾ ਹੈ। ਕੁਝ ਵੈਲਡਿੰਗ ਟੇਬਲ ਐਡਜਸਟੇਬਲ ਵੀ ਬਣਾਏ ਜਾਂਦੇ ਹਨ, ਘੱਟ ਜਾਂ ਜ਼ਿਆਦਾ ਕੀਤੀ ਜਾ ਸਕਦੀ ਹੈ। ਇਹਨਾਂ ਤੇ ਜਾਬ ਨੂੰ ਕਿਸੇ ਵੀ ਪੋਜੀਸ਼ਨ ਵਿੱਚ ਰੱਖ ਕੇ ਵੈਲਡ ਕੀਤਾ ਜਾ ਸਕਦਾ ਹੈ। ਤੇ ਦੂਸਰਾ ਟੇਬਲ ਹੈ, ਇਹ ਮਜ਼ਬੂਤ ਐਂਗਲ ਦਾ ਜੋ ਵੈਲਡਿੰਗ ਟੇਬਲ ਗੈਸ ਵੈਲਡਿੰਗ ਟੇਬਲ ਆ ਜਾਂਦਾ, ਇਹ ਮਜ਼ਬੂਤ ਐਂਗਲ ਆਇਰਨ ਦਾ ਬਣਿਆ ਹੁੰਦਾ ਹੈ। ਇਸ ਦੇ ਅੱਧੇ ਹਿੱਸੇ ਵਿੱਚ ਫਾਇਰ ਬ੍ਰਿਕਸ ਲੱਗੀ ਹੋਣੀ ਚਾਹੀਦੀ ਹੈ, ਜਿਨ੍ਹਾਂ ਤੇ ਜਾਬ ਰੱਖ ਕੇ ਵੈਲਡ ਕੀਤਾ ਜਾਂਦਾ ਹੈ। ਇਹਨਾਂ ਇੱਟਾਂ ਤੇ ਗਰਮੀ ਦਾ ਪ੍ਰਭਾਵ ਬਹੁਤ ਘੱਟ ਪੈਂਦਾ ਹੈ। ਜੋ ਉਸ ਦੇ ਉੱਪਰ ਇੱਟਾਂ ਰੱਖਦੇ ਹਾਂ, ਫਾਇਰ ਬ੍ਰਿਕਸ ਹੁੰਦੀਆਂ ਹਨ ਜਿਹੜੀਆਂ, ਉਹਨਾਂ ਨੂੰ ਰੱਖਿਆ ਜਾਂਦਾ ਹੈ ਅਤੇ ਉਹ ਜਾਬ ਨੂੰ ਛੇਤੀ ਠੰਡਾ ਵੀ ਨਹੀਂ ਹੋਣ ਦਿੰਦੀਆਂ। ਬਾਕੀ ਭਾਗ ਵਿੱਚ 2 ਚੌਰਸ ਪੱਤੀਆਂ ਲੱਗੀਆਂ ਹੋਣੀਆਂ ਚਾਹੀਦੀਆਂ, ਜਿਨ੍ਹਾਂ ਤੇ ਰੱਖ ਕੇ ਕਿਸੇ ਵੀ ਜਾਬ ਦੀ ਕਟਾਈ ਕੀਤੀ ਜਾਂਦੀ ਹੈ। ਇਹ ਹਿੱਸਾ ਚਾਰੇ ਪਾਸਿਓਂ ਚਾਦਰਾਂ ਨਾਲ ਢਕਿਆ ਹੋਣਾ ਚਾਹੀਦਾ ਹੈ ਤਾਂ ਕਿ ਚੰਗਾੜੀਆਂ ਅਤੇ ਸੜੀ ਹੋਈ ਧਾਤ ਬਾਹਰ ਫਰਸ਼ ਤੇ ਨਾ ਡਿੱਗੇ। ਇਸ ਦੇ ਇੱਕ ਪਾਸੇ ਛੋਟਾ ਪਾਣੀ ਦਾ ਟੈਂਕ ਵੀ ਬਣਾ ਦੇਣਾ ਚਾਹੀਦਾ ਹੈ। ਵੈਲਡਿੰਗ ਸਕਰੀਨ, ਇਸ ਦੀ ਵਰਤੋਂ ਕੰਮ ਕਰਨ ਵਾਲੇ ਵਰਕਰਾਂ ਨੂੰ ਵੈਲਡਿੰਗ ਦੀ ਰੋਸ਼ਨੀ ਤੋਂ ਬਚਾਉਣ ਕਰਦੇ ਹਾਂ। ਇਹਨਾਂ ਨੂੰ ਕੰਮ ਦੇ ਲੋੜ ਅਨੁਸਾਰ ਅਸੀਂ ਸੈੱਟ ਕਰ ਸਕਦੇ ਹਾਂ। ਜਦੋਂ ਅਸੀਂ ਕਿਸੇ ਖੁੱਲੀ ਜਗ੍ਹਾ ਵਿੱਚ ਜਿਵੇਂ ਪੁਲ, ਬਿਲਡਿੰਗ ਆਦਿ ਤੇ ਇੱਕ ਜਗ੍ਹਾ ਕੰਮ ਕਰਦੇ ਹਾਂ ਤਾਂ ਅਸੀਂ ਇਸ ਦੀ ਵਰਤੋਂ ਕਰਦੇ ਹਾਂ। ਇਸ ਦੀ ਵਰਤੋਂ ਵਰਕਸ਼ਾਪ ਜਾਂ ਵੈਲਡਿੰਗ ਬੂਥ ਤੋਂ ਬਾਹਰ ਵੈਲਡਿੰਗ ਕਰਦੇ ਸਮੇਂ ਕੀਤੀ ਜਾਂਦੀ ਹੈ। ਇਹ ਵੈਲਡ ਗੇਜ ਹੈ ਜੋ ਇਹ ਵੈਲਡ ਗੇਜ ਦੀ ਵਰਤੋਂ ਅਸੀਂ ਵੈਲਡਿੰਗ ਜੋੜ ਵਿੱਚ ਭਰੀ ਜਾਣ ਵਾਲੀ ਫਿਲਰ ਮੈਟਲ ਦੀ ਮੋਟਾਈ ਆਦਿ ਨੂੰ ਚੈੱਕ ਕਰਨ ਦੇ ਲਈ ਕਰਦੇ ਹਾਂ। ਜਦੋਂ ਅਸੀਂ ਵੈਲਡਿੰਗ ਕਰਦੇ ਹਾਂ ਤਾਂ ਇਸ ਦੀ ਅਸੀਂ ਵਰਤੋਂ ਕਰਦੇ ਹਾਂ। ਇਸ ਨਾਲ ਬੱਟ ਅਤੇ ਫੀਲਡ ਵੈਲਡ ਦੀ ਚੈੱਕ ਹੁੰਦੀ ਹੈ, ਜਿਸ ਦੇ ਨਾਲ ਅਸੀਂ ਬੱਟ ਅਤੇ ਫਿਲਟ ਵੈਲਡ ਚੈੱਕ ਕਰਦੇ, ਇਸ ਦੇ ਨਾਲ ਇਹ ਚੈੱਕ ਕਰਦੇ ਹਾਂ ਅਤੇ ਇਹ ਅਲੱਗ-ਅਲੱਗ ਪ੍ਰਕਾਰ ਦੀ ਹੁੰਦੀ ਹੈ। ਥੈਂਕ ਯੂ ਜੀ। ਅੱਜ ਮੇਰਾ ਚੈਪਟਰ ਕੰਪਲੀਟ ਹੋਇਆ। ਹੈਲੋ ਹਾਂਜੀ ਸਰ, ਕਿਸੇ ਦੀ ਹੈਲੋ ਕੋਈ ਡਾਊਟ ਹੈ ਤਾਂ ਪੁੱਛ ਲਓ, ਮਾਈਕ ਮੈਂ ਔਨ ਕਰ ਦਿੰਦਾ ਪਲੀਜ਼।
ठीक है राम सागर सर, बहुत बढ़िया जी। तो मेरे ख्याल क्वेरी आ नहीं रही। थैंक यू वेरी मच, सो नाइस ऑफ यू। ठीक है जी, थैंक यू सर, थैंक यू सर, थैंक यू थैंक यू। बहुत बढ़िया राम सागर जी, बहुत बढ़िया जी। जी, थैंक यू, थैंक यू, थैंक यू, थैंक यू हाँ जी सागर साहब बहुत बढ़िया रहे। जी, थैंक यू, थैंक यू।